ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਕੈਂਪ ਦੇ ਵਿੱਚ ਸਭ ਦਾ ਸਵਾਗਤ ਹੈ ਜੀ। ਸੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਔਰ ਅੱਜ ਦੇ ਕੈਂਪ ਦੀ ਸ਼ੁਰੂਆਤ ਤੇ ਜਾਪ ਦੀ ਸੇਵਾ ਨਿਭਾਣਗੇ ਜੀ ਖੁਸ਼ਪ੍ਰੀਤ ਕੌਰ ਜੀ, EPP ਨੰਬਰ 11400 ਮੋਗਾ। ਸੋ ਖੁਸ਼ਪ੍ਰੀਤ ਕੌਰ ਜੀ ਆਪਣਾ ਹੈਂਡ ਰੇਜ਼ ਕਰਨਾ ਜੀ। ਵਾਹਿਗੁਰੂ ਜੀ। Am I audible, ma'am? ਹਾਂਜੀ ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। ਸੋ ਕੀਰਤਨ ਦੀ ਸੇਵਾ ਨਿਭਾਣਗੇ ਭਗਵਾਨਦੀਪ ਕੌਰ ਜੀ, ਹਰਮਨਦੀਪ ਕੌਰ ਜੀ, ਅਮਨਦੀਪ ਕੌਰ ਜੀ, ਅਵਤਾਰ ਸਿੰਘ ਜੀ। ਕਿਰਪਾ ਕਰਕੇ ਆਪਣੇ हैंड रेज कर लें जी। माइक अपने वीडियो नु ऑन करें जी। EPP नंबर 817 831 जे जुड़ चुके ने, कृपा करके हैंड रेज करें जी। हाँ जी, स्टार्ट करो। वाहिगुरू जी का खालसा वाहिगुरू जी की फतेह।
मेरा मन लागा तू है। सावन सुंदर रामनिया, मेरा मन लागा तू है। मेरा मन लागा तू है। कोई गावे को सुने, हर नहा चितलाए। कोई गावे को सुने, हर नहा चितलाए। बहुत वीर संसार नहीं, अंत धर्म गत पाए। मेरा मन लागा तू है। सावन सुंदर रामैया, मेरा मन लागा तू है। मेरा मन लागा तू है। मेरा मन लागा तू है। वाहिगुरु जी का खालसा, वाहिगुरु जी की फतेह। बहुत धन्यवाद जी पूरे परिवार ਦਾ ਜਿਨ੍ਹਾਂ ਨੇ ਮਿਲ ਕੇ ਸ਼ਬਦ ਗਾਇਨ ਕੀਤਾ ਹੈ। ਸੋ ਹੁਣ ਅੱਜ ਜਿਸ ਤਰ੍ਹਾਂ ਕਿ ਸਭ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹੈ। ਕਿਸੇ ਨੂੰ ਪਤਾ ਹੈ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੋਇਆ ਸੀ ਉਦੋਂ ਪਹਿਲੇ ਗ੍ਰੰਥੀ ਕੌਣ ਥਾਪੇ ਗਏ ਸਨ? ਹਾਂਜੀ ਚੈਟ ਵਿੱਚ ਲਿਖੋ ਜੀ ਜਲਦੀ ਨਾਲ ਕਿ ਪਹਿਲੇ ਗ੍ਰੰਥੀ ਕੌਣ ਥਾਪੇ ਗਏ ਸਨ। ਬਹੁਤ ਵਧੀਆ ਜੀ ਬਾਬਾ ਬੁੱਢਾ ਜੀ ਵੈਰੀ ਗੁੱਡ। ਤੇ ਗ੍ਰੰਥੀ ਸਿੰਘ ਨੂੰ ਅਸੀਂ ਹੋਰ ਕੀ ਕਹਿੰਦੇ ਆ ਜੀ? ਗ੍ਰੰਥੀ ਸਿੰਘ ਨੂੰ ਹੋਰ ਕੀ ਕਿਹਾ ਜਾਂਦਾ ਜੀ? ਗ੍ਰੰਥੀ ਸਿੰਘ ਨੂੰ ਕਿਹਾ ਜਾਂਦਾ ਹੈ ਗੁਰੂ ਕੇ ਵਜ਼ੀਰ। ਕੀ ਕਿਹਾ ਜਾਂਦਾ ਜੀ? ਗੁਰੂ ਕੇ ਵਜ਼ੀਰ। ਸੋ ਪਹਿਲੇ ਜੋ ਗ੍ਰੰਥੀ ਥਾਪੇ ਗਏ ਸਨ ਉਹ ਸੀ ਬਾਬਾ ਬੁੱਢਾ ਜੀ। ਔਰ ਪਹਿਲਾ ਹੁਕਮਨਾਮਾ ਕਿਹੜਾ ਆਇਆ ਸੀ ਜੀ? ਕੋਈ ਦੱਸ ਸਕਦੇ? ਪਹਿਲਾ ਹੁਕਮਨਾਮਾ ਜਦੋਂ ਪਹਿਲਾ ਪ੍ਰਕਾਸ਼ ਕੀਤਾ ਗਿਆ, ਜਦੋਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਹਾਂ ਤਾਂ ਆਪਾਂ ਹੁਕਮਨਾਮਾ ਲੈਂਦੇ ਹਾਂ। ਜਦੋਂ ਪਹਿਲੀ ਵਾਰੀ ਪ੍ਰਕਾਸ਼ ਕੀਤਾ ਗਿਆ ਸੀ ਉਦੋਂ ਕਿਹੜਾ ਹੁਕਮਨਾਮਾ ਆਇਆ ਸੀ? ਬਹੁਤ ਵਧੀਆ ਜੀ। ਅੱਜ ਜਿਨ੍ਹਾਂ ਨੇ ਕਥਾ ਸੁਣੀ ਹੋਣੀ ਹੈ ਜਾਂ ਜਿਨ੍ਹਾਂ ਨੇ ਇਤਿਹਾਸ ਪੜ੍ਹਾ ਉਹਨਾਂ ਨੂੰ ਜ਼ਰੂਰ ਪਤਾ ਹੋਏਗਾ, ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸੋ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਆਨਸਰਸ ਕੀਤੇ। ਸੋ ਅੱਜ ਇਸੇ ਹੀ ਵਿਸ਼ੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਦਾ ਜੋ ਕੈਂਪ ਹੈ, ਸੋ ਅੱਜ ਦੇ ਕੈਂਪ ਦੀ ਸੇਵਾ ਨਿਭਾਉਣਗੇ ਜੀ ਵਾਈਸੀ ਗੁਰਪ੍ਰੀਤ ਸਿੰਘ ਜੀ। ਉਹਨਾਂ ਨੂੰ ਬੇਨਤੀ ਹੈ ਜੀ ਆਪਣੇ हैंड रेस कर लें जी और अपने जी वीडियो ऑन करें जी। सारे बच्चों ने जरूर नोट्स बनाने ने ते इस इतिहास नूं भी असी याद करना है जी। हाँ जी वीर जी। हाँ जी भाजी आवाज आ रही है जी? नहीं वीर जी आवाज क्लीयर नहीं है जी। वाहिगुरु थोड़ा जिहा होर उच्ची वीर जी ताकि कुछ बच्चों दे वाहिगुरु वाहिगुरु थोड़ा जिहा नेड़े कर लो वीर जी, क्योंकि कुछ बच्चों दे ना फोन दे विच प्रॉब्लम हुंदी है, फिर जिन्ना आपां नेड़े रखांगे उच्ची बोलांगे उन्ना वधिया रहेगा जी। वाहिगुरु। हाँ जी वीर जी। ठीक है भैन जी? हाँ जी वीर जी। ठीक है। आओ जो सारे बच्चे हर रोज की तरह इस समर कैंप दे विच बड़े लंबे टाइम तो कुछ ना कुछ सीखण दे लई आपां समा कढ़दे हैं, कीमती समय का लाभ प्राप्त करते हैं। सो अज पहले प्रकाश नूं समर्पित कुछ मुढ़ली जानकारी अति विचारां दी आपां सांझ पाउणी है। सो जिन्ने भी बच्चे साडे सारे सेवादार बच्चों के माता पिता जुड़े हैं, सारिਆਂ ने विचार की शुरुआत तो पहला
ਗੁਰਫਤਿਹ ਦੀ ਸਾਂਝ ਪਾਉਣੀ। ਬੋਲਣਾ ਜੀ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਜੋ ਇੱਕ ਪੂਰੇ ਵਰਲਡ ਦੇ ਵਿੱਚ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹੈ, ਸੋ ਸਾਰੇ ਸੰਗਤ ਨੂੰ, ਸਾਰੇ ਬੱਚਿਆਂ ਨੂੰ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ, ਮੁਬਾਰਕਾਂ ਹੋਵਣ। ਸੋ ਆਪਾਂ ਨੂੰ ਪਤਾ ਵੀ ਪ੍ਰਕਾਸ਼ ਪੁਰਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਪਹਿਲਾਂ ਮਨਾਇਆ ਗਿਆ, ਤੇ ਇਹ ਸਾਡੀ ਦੁਨੀਆ ਦੇ ਵਿੱਚ ਖਾਸ ਕਰਕੇ ਸਿੱਖ ਭਾਈਚਾਰੇ ਦੇ ਵਿੱਚ ਕਿਉਂ ਮਨਾਇਆ ਜਾਂਦਾ। ਤੇ ਅਗਲੀ ਗੱਲ, ਇਸੇ ਹੀ ਧਰਤੀ ਤੇ ਸ਼ਬਦ ਬੜਾ ਲੰਬਾ ਟਾਈਮ ਪਹਿਲਾਂ ਸਾਡੇ ਸਮਾਜ ਦੇ ਵਿੱਚ ਆ ਗਏ ਸਨ, ਪਰ ਜੋ ਸ਼ਬਦ ਸੀ, ਚਾਹੋ ਉਹ ਚਿੰਨ੍ਹ ਭਾਸ਼ਾ ਦੇ ਵਿੱਚ ਸੀ ਤੇ ਚਾਹੋ ਉਹ ਇੱਕ ਇਉਂ ਕਹਿ ਲਓ ਵੀ ਸਾਡੇ ਸਮਾਜ ਦੇ ਵਿੱਚ ਰਮਜੀ ਭਾਸ਼ਾ ਸੀ, ਜਿਹਨੂੰ ਆਪਾਂ ਇਸ਼ਾਰਿਆਂ ਦੀ ਭਾਸ਼ਾ ਕਹਿ ਦਿੰਦੇ ਹਾਂ। ਪਰ ਜਿਵੇਂ ਜਿਵੇਂ ਭਾਸ਼ਾ ਤਬਦੀਲ ਹੁੰਦੀ ਗਈ, ਇਸ਼ਾਰਿਆਂ ਤੋਂ ਚਿੰਨ੍ਹ ਤੋਂ ਅੱਗੇ ਅੰਸਰ ਸਾਡੇ ਸਮਾਜ ਦੇ ਵਿੱਚ ਹੋਂਦ ਵਿੱਚ ਆਏ, ਪਰ ਕਿਸੇ ਵੀ ਇਸ ਧਰਤੀ ਤੇ ਆਏ ਹੋਏ ਪੀਰ ਪੈਗੰਬਰ ਨੇ, ਕਿਸੇ ਵੀ ਗੁਰੂ ਵਿਅਕਤੀ ਨੇ ਸ਼ਬਦ ਨੂੰ ਗੁਰੂ ਰੂਪ ਨਹੀਂ ਦਿੱਤਾ। ਸੋ ਗੁਰੂ ਰੂਪ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਖਸ਼ਿਸ਼ ਹੈ। ਆਪਾਂ ਕੋਸ਼ਿਸ਼ ਕਰਾਂਗੇ ਜੋ ਥੋੜ੍ਹੇ ਟਾਈਮ ਦੇ ਵਿੱਚ ਸ਼ਬਦ ਗੁਰੂ ਦੇ ਪ੍ਰਕਾਸ਼ ਤੱਕ ਪਹੁੰਚਣ ਦੀ। ਸੋ ਸਭ ਤੋਂ ਸ੍ਰੇਸ਼ਟ ਕੰਮ ਆਪਾਂ ਸਾਰੇ ਗੁਰਮਤਿ ਕੈਂਪ ਦੇ ਵਿੱਚ ਕਰ ਰਹੇ ਹਾਂ। ਇਹੀ ਸਾਡੀ ਜ਼ਿੰਦਗੀ ਦਾ ਲਾਹਾ ਹੈ। ਕਲਮੈ ਇਹੋ ਪੁੰਨ ਗੁਣ ਗੋਬਿੰਦ ਗਾਹੇ। ਆਪਾਂ ਗੁਰੂ ਦੇ ਪ੍ਰਮਾਤਮਾ ਦੇ ਗੁਣ ਗਾਉਂਦੇ ਹਾਂ। ਅੱਜ ਆਪਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜੀ ਵਿਚਾਰ ਹੈ ਉਹ ਇੱਥੋਂ ਸ਼ੁਰੂ ਕਰਨੀ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ, ਕਰ ਆਸਣ ਡਿਠੋ ਚਾਓ। ਸਭ ਤੋਂ ਪਹਿਲਾਂ ਪਰਮਾਤਮਾ, ਫਿਰ ਪਰਮਾਤਮਾ ਨੇ ਸ਼ਬਦ ਪੈਦਾ ਕੀਤਾ, ਤੇ ਸ਼ਬਦ ਪਰਮਾਤਮਾ ਦਾ ਨਾਮ ਵੀ ਹੈ, ਪਰਮਾਤਮਾ ਸ਼ਬਦ ਬਾਣੀ ਵੀ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਜਾਂ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਉਸੇ ਸ਼ਬਦ ਨੂੰ ਮੁੜ ਨਾਮ ਦਾ ਰੂਪ ਦਿੱਤਾ ਗਿਆ। ਕੀਤਾ ਪਸਾਓ ਏਕੋ ਪਵਾਓ। ਮਤਲਬ ਇਸ ਪੂਰੀ ਦੁਨੀਆ ਨੂੰ ਉਸ ਵਾਹਿਗੁਰੂ ਪਰਮਾਤਮਾ ਨੇ ਇੱਕ ਹੁਕਮ ਦੇ ਵਿੱਚ ਰਚਿਆ ਹੈ, ਸ਼ਬਦ ਦੇ ਰਾਹੀਂ ਰਚਿਆ ਹੈ। ਪਹਿਲਾਂ ਪਰਮਾਤਮਾ, ਫਿਰ ਸ਼ਬਦ, ਤੇ ਸ਼ਬਦ ਦੇ ਰਾਹੀਂ ਪੂਰੀ ਮਨੁੱਖਤਾ ਦੀ, ਪੂਰੇ ਜੀਵਾਂ ਦੀ ਜਿਹੜੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਪੈਦਾਇਸ਼ ਕੀਤੀ ਹੈ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ, ਲੱਖਾਂ ਹੀ ਦਰਿਆ, ਸਭ ਕੁਛ ਉਹ ਵਾਹਿਗੁਰੂ ਜੀ ਨੇ ਇੱਕ ਹੁਕਮ ਦੇ ਵਿੱਚ ਰਚ ਦਿੱਤੇ ਨੇਗੇ। ਕਵਾਓ ਬੋਲੀ, ਕਵਾਓ ਦਾ ਭਾਵ ਬੋਲਣਾ, ਆਵਾਜ਼ ਦੇਣੀ। ਇਹ ਅੰਮ੍ਰਿਤਸਰ ਇਲਾਕੇ ਦੀ ਬੋਲੀ ਹੈ। ਸੋ ਅੱਗੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਜਦੋਂ ਵੀ ਸ਼ਬਦ ਦੀ ਰਚਨਾ ਕੀਤੀ, ਸ਼ਬਦ ਤੋਂ ਅੱਗੇ ਮਨੁੱਖਤਾ, ਸਾਰੇ ਜੀਵ ਜੰਤੂ ਸ਼ੁਰੂ ਹੋ ਗਏ। ਸਾਡੇ ਕਿੰਨੇ ਹੀ ਰਿਸ਼ਤੇ ਨੇ, ਸਾਰੇ ਰਿਸ਼ਤੇ ਸ਼ਬਦ ਕਰਕੇ ਨੇ। ਜੇ ਰਿਸ਼ਤਾ ਬਣਦਾ ਤਾਂ ਵੀ ਸ਼ਬਦ ਕਰਕੇ, ਜੇ ਰਿਸ਼ਤਾ ਟੁੱਟਦਾ ਹੈ ਤਾਂ ਵੀ ਸ਼ਬਦ ਕਰਕੇ। ਇਸ ਧਰਤੀ ਤੇ ਇਸੇ ਹੀ ਸ਼ਬਦ ਦੀ ਬਣਤਰ ਤੋਂ ਅਨੇਕਾਂ ਗ੍ਰੰਥ ਬਣੇ। ਕਿੰਨੇ ਕੁ ਗ੍ਰੰਥ ਬਣੇ ਨੇ ਜਿਨ੍ਹਾਂ ਨੂੰ ਆਪਾਂ ਸਾਰੇ ਜਾਣਦੇ ਹਾਂ। ਇਸੇ ਹੀ ਧਰਤੀ ਤੇ ਗੀਤਾ, ਬਾਈਬਲ, ਕੁਰਾਨ ਆਦਿਕ ਸਿਮਰਤੀਆਂ, ਵੇਦ ਬਣੇ, ਪਰ ਸਾਰਿਆਂ ਦੇ ਵਿੱਚ ਕੁਛ ਨਾ ਕੁਛ ਰਲਗੱਡ ਜ਼ਰੂਰ ਹੋਇਆ। ਇੱਕ ਆਪਾਂ ਨੂੰ ਸਾਰਿਆਂ ਨੂੰ ਪਤਾ, ਸਾਰੇ ਬੱਚੇ ਭਾਵਨਾ ਵਾਲੇ ਆ, ਸਮਝ ਵਾਲੇ ਆ। ਕੇਵਲ ਇੱਕੋ ਇੱਕ ਦੁਨੀਆ ਦਾ ਗ੍ਰੰਥ ਹੈ ਜਿਸ ਨੂੰ ਲਿਖਵਾਉਣ ਵੇਲੇ 1601 ਤੋਂ ਲੈ ਕੇ 4 ਤੱਕ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣੀ ਨਿਗਾਹ ਪਾਸੇ ਨਹੀਂ ਕੀਤੀ। ਇਉਂ ਕਹਿ ਲਈਏ ਸੌਖੇ ਸ਼ਬਦਾਂ ਵਿੱਚ, ਗੁਰੂ ਸਾਹਿਬ ਨੇ ਕੋਈ ਹੋਰ ਕੰਮ ਨਹੀਂ ਆਰੰਭਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਲਿਖਾਉਣ ਵੇਲੇ ਖੁਦ ਆਪ ਕੋਲ ਬੈਠ ਕੇ ਬਾਣੀ ਨੂੰ ਲਿਖਵਾਇਆ। ਤੇ ਆਪਾਂ ਨੂੰ ਪਤਾ, ਮੈਂ ਉਧਰ ਵਿਸਥਾਰ ਵਿੱਚ ਨਹੀਂ ਜਾਵਾਂਗਾ। ਪੁਰਾਣੀ ਗੀਤਾ ਦੇ ਸ਼ਲੋਕ 8000 ਨੇ ਤੇ ਹੁਣ ਵਾਲੀ ਦੇ 24000 ਸ਼ਲੋਕ ਨੇ। ਮਤਲਬ ਕਿੰਨੇ ਬਾਅਦ ਵਿੱਚ ਰਲਾਏ ਗਏ, ਮਤਲਬ ਸ਼ਬਦ ਨੂੰ ਵਿਗਾੜਿਆ ਗਿਆ।
क्योंकि विगाड़ कदों पिया, क्योंकि वो एक तां उन्हां दे जो रचनहारे मन्ने गए ने वो कोल नहीं, एक उन्होंने खुद ने ये बोलियां ये आवाज दे के अपने ਜਿਹੜੇ ग्रंथ ने वो रचाए ने। होर उदाहरण ले लो वाल्मीकि की जो रामायण है जो पुरानी है, ਤੇ ਉਸ ਤੋਂ ਬਾਅਦ ਅੱਗੇ ਜਾ ਕੇ ਆਪਾਂ ਨੂੰ ਪਤਾ ਵੀ ਤੁਲਸੀਦਾਸ ਵਰਗਿਆਂ ਨੇ ਉਹ ਰਾਮਾਇਣ ਨੂੰ ਲਿਖਿਆ, ਤੇ ਉਹ ਰਾਮਾਇਣ ਆ ਜਿਹੜੀ ਅੱਜ ਮੰਦਰਾਂ ਵਿੱਚ ਪ੍ਰਕਾਸ਼ ਹੈ, ਪਰ ਪੁਰਾਣੀ ਰਾਮਾਇਣ ਪ੍ਰਕਾਸ਼ ਨਹੀਂ ਹੈ, ਉਹਦੇ ਵਿੱਚ ਰਲ ਗੱਡ ਕਰਕੇ ਸਾਰਾ ਕੁਝ ਕੀਤਾ ਗਿਆ। ਪਰ ਉਹ ਸਾਰੇ ਗ੍ਰੰਥਾਂ ਦੇ ਵਿੱਚ ਜੋ ਲਿਖਿਆ ਉਹਨਾਂ ਨੇ ਜਾਂ ਲਿਖਵਾਇਆ, ਇੱਕ ਗੱਲ ਪ੍ਰਚਾਰੀ ਗਈ ਵੀ ਇਹ ਸਭ ਹੀ ਰੱਬ ਦੇ ਬੋਲ ਨੇ, ਤੇ ਇਹ ਸਾਰੇ ਜਿਹੜੇ ਰੱਬ ਦੇ ਬੋਲ ਆ ਨਾ, ਤੇ ਰੱਬ ਦੇ ਬੋਲਾਂ ਨੂੰ ਅਸੀਂ ਮਨੁੱਖਤਾ ਦੇ ਵਿੱਚ ਦੁਨੀਆ ਦੇ ਵਿੱਚ ਪਹੁੰਚਾਉਣਾ ਗਾ, ਇਹ ਸਾਡਾ ਮੁੱਢਲਾ ਕੰਮ ਆ। ਜਿਨ੍ਹਾਂ ਨੇ ਇਹ ਕੰਮ ਆਰੰਭ ਕੀਤਾ, ਚਾਹੋ ਬ੍ਰਾਹਮਣ ਸੀ, ਚਾਹੋ ਉੱਚੇ ਸੀ, ਚਾਹੋ ਅਮੀਰ ਸੀ, ਕੋਈ ਵੀ ਸਨ, ਜਿਨ੍ਹਾਂ ਨੇ ਇਹ ਕੰਮ ਆਰੰਭ ਕੀਤਾ ਤਾਂ ਉਹਨਾਂ ਨੇ ਆਪਣੇ ਆਪ ਦੀ ਪੂਜਾ ਵੀ ਕਰਵਾਈ, ਆਪਣੇ ਆਪ ਨੂੰ ਰੱਬ ਦਾ ਰੂਪ ਵੀ ਬਣਾ ਕੇ ਦੁਨੀਆ ਦੇ ਵਿੱਚ। ਪਰ ਹੁਣ ਇੱਕ ਗੱਲ ਮੰਨਣ ਯੋਗ ਆਊਗੀ ਵੀ ਜੇ ਉਹ ਰੱਬ ਦੇ ਬੋਲ ਨੇ ਤਾਂ ਉਹਨਾਂ ਗ੍ਰੰਥਾਂ ਦੇ ਵਿੱਚ ਨੀਚ ਨੂੰ ਦੁਰਕਾਰਿਆ ਗਿਆ ਤੇ ਵੱਡੇ ਨੂੰ ਸਹਾਇਆ ਗਿਆ, ਵੱਡੇ ਦੀ ਉਪਮਾ ਕੀਤੀ ਗਈ, ਵੱਡੇ ਨੂੰ ਉੱਚਾ ਚੁੱਕ ਕੇ ਲਿਆਂਦਾ ਗਿਆ। ਫਿਰ ਸਮਝਦਾਰ ਵਿਅਕਤੀ ਹੀ ਇਸ ਸੰਸਾਰ ਵਿੱਚ ਪੈਦਾ ਹੋਏ। ਮੰਨ ਲਵੋ ਵੀ ਰੱਬ ਜੀ ਨੇ ਆਵਾਜ਼ ਵੀ ਪੈਦਾ ਕੀਤੀ ਹੈ, ਮਨੁੱਖ ਵੀ ਪੈਦਾ ਕੀਤਾ, ਰੱਬ ਜੀ ਨੇ ਇੱਕ 100 ਬੰਦਾ ਬਣਾ ਦਿੱਤਾ, 100 ਦੇ ਵਿੱਚੋਂ 5 ਸਮਝਦਾਰ ਨੇ, 95 ਬੇਸਮਝੇ ਨੇਗੇ। ਜਿਹੜੇ ਹੁਣ ਸਮਝਦਾਰ ਨੇ ਉਹਨਾਂ ਨੇ ਇਸ ਗੱਲ ਤੇ ਵਿਚਾਰ ਕੀਤੀ ਵੀ ਮਤਲਬ ਜੋ ਹੋ ਰਿਹਾ ਹੈ ਗਲਤ ਹੋ ਰਿਹਾ ਹੈਗਾ, ਉਹ ਬੋਲੇ ਵੀ, ਪਰ ਉਹਨਾਂ ਦੀ ਬੋਲੀ ਨੂੰ ਦਬਾਇਆ ਗਿਆ, ਜਿਵੇਂ ਅੱਜ ਦਬਾਇਆ ਜਾ ਰਿਹਾ। ਜੋ ਸੱਚ ਦੇ ਆਸ਼ਿਕ ਨੇ, ਸੱਚ ਦੇ ਪ੍ਰਚਾਰਕ ਨੇ, ਉਹਨਾਂ ਨੂੰ ਵੀ ਅੱਜ ਸ਼ਾਇਦ ਇਵੇਂ ਜਿਵੇਂ ਦਬਾਇਆ ਜਾ ਰਿਹਾ ਹੈਗਾ। ਜਦੋਂ ਉਹਨਾਂ ਨੂੰ ਦਬਾਇਆ ਗਿਆ, ਉਹਨਾਂ ਨੇ ਜਿੰਨੀ ਕੁ ਵਾਹ ਲੱਗੀ ਰੌਲਾ ਜ਼ਰੂਰ ਪਾਇਆ, ਪਰ ਉਹਨਾਂ ਦੀ ਕੋਈ ਕਿਸੇ ਤਰ੍ਹਾਂ ਦੀ ਵਾਹ ਨਹੀਂ ਲੱਗੇਗੀ। ਇਸ ਕਰਕੇ ਆਪਾਂ ਨੂੰ ਇੱਥੋਂ ਸਮਝ ਆਉਂਦੀ ਹੈ ਵੀ ਸ਼ਬਦ ਸੀ ਪਰ ਉਹ ਗੁਰੂ ਰੂਪ ਨਹੀਂ ਬਣ ਸਕਿਆਗਾ। ਸ਼ਬਦ ਸੀ ਪਰ ਉਹ ਗੁਰੂ ਰੂਪ ਨਹੀਂ ਬਣ ਸਕਿਆਗਾ। ਗੁਰੂ ਰੂਪ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਆਪਾਂ ਨੂੰ ਪਤਾ 15ਵੀਂ ਸਦੀ ਦੇ ਵਿੱਚ ਸ਼ਬਦ ਗੁਰੂ ਜੋ ਸਾਡੇ ਕੋਲ ਅੱਜ ਹੈ, ਇਹ ਸ਼ਬਦ ਉਦੋਂ ਸੀ। ਤੇ 15ਵੀਂ ਸਦੀ ਦੇ ਵਿੱਚ ਜਨਮ ਕਿਹਨਾਂ ਦਾ ਹੁੰਦਾਗਾ, ਆਪਾਂ ਨੂੰ ਇਹ ਵੀ ਪਤਾਗਾ ਇਸੇ ਹੀ ਧਰਤੀ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ, ਤੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਤੋਂ ਪਹਿਲਾਂ 1170 ਦੇ ਵਿੱਚ ਭਗਤ ਜੈਦੇਵ, 1173 ਦੇ ਵਿੱਚ ਭਗਤ ਫਰੀਦ ਸਾਹਿਬ ਜੀ, ਉਹਨਾਂ ਦਾ ਜਨਮ ਹੋਇਆ। ਉਹਨਾਂ ਕੋਲੇ ਸ਼ਬਦ ਸੀ, ਜੋ ਅੱਜ ਆਪਣੇ ਕੋਲੇ ਸ਼ਬਦ ਹੈ ਇਹ ਉਹਨਾਂ ਭਗਤਾਂ ਕੋਲੇ ਸ਼ਬਦ ਸੀ, ਪਰ ਉਹਨਾਂ ਸ਼ਬਦਾਂ ਦੀ ਜਿਹੜੀ ਵਰਤੋਂ ਆ ਸ਼ਾਇਦ ਉਹ ਇੱਕ ਦਾਇਰੇ ਦੇ ਵਿੱਚ ਹੀ ਰਹੇਗੀ, ਅੱਗੇ ਨਹੀਂ ਨਿਕਲ ਸਕੇਗੀ। ਜਿਵੇਂ ਅੱਜ ਹੁਣ ਐਜੂਕੇਟ ਪੰਜਾਬ ਪ੍ਰੋਜੈਕਟ ਦਾ ਇੱਕ ਮਿਸ਼ਨ ਆ, ਵੈਸੇ ਬਹੁਤ ਸੰਸਥਾਵਾਂ ਨੇ, ਚਲੋ ਇੱਕ ਅਲੱਗ ਵਿਸ਼ਾ ਹੈਗਾ, ਉਹਨਾਂ ਦੇ ਵਿੱਚ ਮਤਭੇਦ ਵੀ ਬੜੇ ਨੇ, ਪਰ ਜਿਹੜਾ ਇਹ ਸਿਸਟਮ ਆ ਇੱਕ ਬੜੇ ਸੋਹਣੇ ਢੰਗ ਦੇ ਨਾਲ ਚੱਲ ਰਿਹਾ ਵੀ ਬੱਚਿਆਂ ਨੂੰ ਆਪਾਂ ਵੱਧ ਤੋਂ ਵੱਧ ਪ੍ਰੇਰ ਕੇ ਸ਼ਬਦ ਗੁਰੂ ਦੇ ਲੜ ਲਾ ਕੇ ਅੰਦਰੋਂ ਉਹਨਾਂ ਨੂੰ ਜਗਾਈਏ, ਅੰਦਰੋਂ ਪ੍ਰੇਰੀਏ। ਸੋ ਕਹਿਣ ਤੋਂ ਮੁਰਾਦ ਜਦੋਂ ਇਸ ਟਾਈਮ ਤੇ 1170 ਜਾਂ 73 ਦੇ ਪਿੱਛੇ ਚੱਲ ਗਏ ਆਪਾਂ, ਤਾਂ ਉੱਥੇ ਭਗਤ ਫਰੀਦ ਵਰਗੇ, ਭਗਤ ਜੈਦੇਵ ਵਰਗੇ ਕਿੰਨੇ ਭਗਤ ਨੇ ਜਿਨ੍ਹਾਂ ਕੋਲੇ ਸ਼ਬਦ ਸੀ ਪਰ ਉਹ ਗੁਰੂ ਰੂਪ ਨਹੀਂ ਬਣ ਸਕਿਆਗਾ, ਪਰ ਉਹ ਸ਼ਬਦ ਉਹਨਾਂ ਦੇ ਘਰ ਤੱਕ ਹੀ ਸੀਮਿਤ ਰਹਿ ਗਏ। ਹੁਣ ਗੁਰੂ ਨਾਨਕ ਸਾਹਿਬ ਨੇ ਇਹ ਸਾਰਾ ਕੁਝ ਆਪਣੀਆਂ ਅੱਖਾਂ ਦੇ ਨਾਲ ਵਰਤਾਰਾ ਵੇਖਿਆ। ਉਹਨਾਂ ਨੇ ਵੇਖਿਆ ਕਿੰਨੇ ਹਿੰਦੂਆਂ ਦੇ ਧਰਮ ਗ੍ਰੰਥ ਨੇ, ਕੁਰਾਨ ਸ਼ਰੀਫ, ਬਾਈਬਲ ਵਗੈਰਾ ਜੋ ਵੀ ਹੈ, ਬਹੁਤ ਕੁਛ ਹੈ, ਪਰ ਹਨ ਉਹ ਰੱਬ ਦੇ ਨਾਂ ਤੇ ਮੰਨਿਆ ਗਿਆ ਵੀ ਰੱਬ ਦੇ ਗ੍ਰੰਥ ਨੇ। ਅੱਜ ਵੀ ਇਹ ਵਾਕ ਕਰਨਾ, ਬਹੁਤੇ ਸਾਡੀਆਂ ਸਟੇਜਾਂ ਤੇ ਸ਼ਬਦ ਬੋਲੇ ਜਾਂਦੇ ਨੇ ਜੀ ਅਸੀਂ ਕਿਸੇ ਵੀ ਧਰਮ ਦੀ ਨਿੰਦਿਆ ਨਹੀਂ ਕਰਦੀ, ਅਸਲ ਦੇ ਵਿੱਚ ਧਰਮ ਇੱਕੋ ਹੀ ਹੈ, ਏਕੋ ਧਰਮ ਦ੍ਰਿੜ੍ਹ ਸੱਚ ਕੋਈ, ਸੱਚ ਨੂੰ ਹੀ ਗੁਰੂ ਪਾਤਸ਼ਾਹ ਧਰਮ ਮੰਨਦੇ ਨੇਗੇ। ਪਰ ਕਿਸੇ ਲਿਬਾਸ ਦਾ ਨਾਮ, ਕਿਸੇ ਸੰਸਥਾ ਦਾ ਨਾਮ, ਉਹਨੂੰ ਆਪਾਂ ਧਰਮ ਦਾ ਨਾਮ ਨਹੀਂ ਦੇ ਸਕਦੇ। ਧੌਲ ਧਰਮ ਦਇਆ ਕਾ ਪੂਤ, ਜਿਸ ਇਨਸਾਨ ਦੇ ਅੰਦਰ ਦਇਆ ਪੈਦਾ ਹੋਈ ਆ, ਦਇਆ ਤੋਂ ਬਾਅਦ ਆਪਾਂ ਨੂੰ ਪਤਾ ਧਰਮ ਦੀ ਸੰਦੇਸ਼ ਹੁੰਦੀ ਹੈ, ਤੇ ਦਇਆ ਗੁਰੂ ਨਾਨਕ ਸਾਹਿਬ ਕੋਲੇ ਹੈ, ਜਿਨ੍ਹਾਂ ਨੇ ਆਪਣੀ ਦਇਆ ਕਰਕੇ ਸੱਜਣ ਠੱਗ ਵਰਗੇ ਕਿੱਡੇ ਕਿੱਡੇ ਮਤਲਬ ਕਿ ਹੰਕਾਰੀ ਲੋਕ, ਬੇਕਾਰ ਲੋਕ, ਕਿੰਨੇ ਗਲਤ ਕੰਮਾਂ ਦੇ ਵਿੱਚ ਫਸੇ ਹੋਏ ਲੋਕ ਆਪਣੀ ਨਿਮਰਤਾ ਕਰਕੇ, ਦਇਆ ਕਰਕੇ ਉਹਨਾਂ ਨੂੰ ਸੋਹਣੇ ਢੰਗ ਦਾ ਜੀਵਨ ਦੇ ਦਿੱਤਾ। ਚਲੋ ਕਹਿਣ ਤੋਂ ਮੁਰਾਦ ਵੀ ਗੁਰੂ ਪਾਤਸ਼ਾਹ ਜੀ ਨੇ ਸ਼ਬਦਾਂ ਦੇ ਵੱਲ ਨਿਗਾਹ ਮਾਰੀ, ਜਿੰਨੇ ਵੀ ਇਹ ਧਰਤੀ ਤੇ ਸੀ ਕਿਸੇ ਰੂਪ ਵਿੱਚ ਸਨ, ਸੰਖੇਪ ਪੱਖ ਹੈ। ਤੇ ਅੱਗੇ ਫਿਰ ਕੀ ਦਿਸਿਆ
ਅੱਗੇ ਨਜ਼ਰ ਆਈ ਵੀ ਉਹ ਸਾਰੇ ਦੇ ਸਾਰੇ ਸ਼ਬਦਾਂ ਦੀ ਜਾਂ ਤਾਂ ਰਲਾਗੱਡ ਹੋ ਗਈ। ਜੇ ਹੁਣ ਬੱਚੇ ਨੇ ਸ਼ਬਦ ਭਗਤ ਫਰੀਦ ਜੈਦੇਵ ਵਰਗਿਆਂ ਦੇ, ਤਾਂ ਉਹ ਜਿਹੜੇ ਸ਼ਬਦ ਨੇਗੇ ਉਹ ਇੱਕ ਘਰ ਤੱਕ, ਇੱਕ ਥਾਂ ਤੱਕ ਸੀਮਤ ਰਹਿ ਗਏ। ਉਹਨਾਂ ਨੂੰ ਆਪਾਂ ਅੱਗੇ ਕਿਵੇਂ ਲੈ ਕੇ ਚੱਲੀਏ? ਜਿਵੇਂ ਗੁਰੂ ਨਾਨਕ ਸਾਹਿਬ ਜੀ ਦੀ ਇੱਕ ਆਵਾਜ਼ ਸੀ, ਜਿੱਥੇ ਵੀ ਚੰਗੇ ਲੋਕ ਵਸਦੇ ਸਨ ਉਹਨਾਂ ਨੂੰ ਕਹਿੰਦੇ ਸੀ ਤੁਸੀਂ ਉਜੜੋ, ਤੇ ਜਿੱਥੇ ਗਲਤ ਲੋਕ ਸਨ ਉਹਨਾਂ ਨੂੰ ਸੀ ਕਹਿੰਦੇ ਬਸੇ ਰਹੋ, ਮਤਲਬ ਤੁਸੀਂ ਅੱਗੇ ਜਾ ਕੇ ਕਿਸੇ ਹੋਰ ਦਾ ਨੁਕਸਾਨ ਨਾ ਕਰ ਦਿਓ। ਇਸ ਕਰਕੇ ਮਤਲਬ ਗੁਰੂ ਸਾਹਿਬ ਜੀ ਨੇ ਇਹ ਨਿਗਾਹ ਮਾਰ ਕੇ ਵੇਖੀ ਵੀ ਧਾਰਮਿਕ ਗ੍ਰੰਥ ਬੜੇ ਨੇ, ਸ਼ਬਦ ਬੜੇ ਨੇ, ਪਰ ਜਾਂ ਤਾਂ ਉਹ ਇੱਕ ਦਾਇਰੇ ਦੇ ਵਿੱਚ ਰਹਿ ਗਏ, ਇੱਕ ਬਾਉਂਡਰੀ ਦੇ ਅੰਦਰ ਰਹਿ ਗਏ, ਤੇ ਜਾਂ ਉਹ ਮਤਲਬ ਕਿ ਕਿਸੇ ਰਲਾਗੜ ਦੇ ਵਿੱਚ ਆ ਗਏ, ਉਹ ਕਿਸੇ ਨਾ ਕਿਸੇ ਚੀਜ਼ ਦੇ ਸ਼ਿਕਾਰ ਹੋ ਗਏ। ਫਿਰ ਉਸ ਤੋਂ ਬਾਅਦ ਆਪਾਂ ਨੂੰ ਪਤਾ ਗੁਰੂ ਸਾਹਿਬ ਜੀ ਨੇ ਆਪਣੀ ਜਿਹੜੀ ਬਾਣੀ ਦੀ ਤਰਤੀਬ ਹੈ ਉਹ ਬਾਣੀ ਨੂੰ ਇਕੱਤਰ ਕਰਨਾ ਸ਼ੁਰੂ ਕੀਤਾ। ਗੁਰੂ ਨਾਨਕ ਸਾਹਿਬ ਨੂੰ ਇਲਮ ਹੋਇਆ। ਇੱਕ ਮੈਂ ਇੱਥੇ ਥੋੜੀ ਜਿਹੀ ਹੋਰ ਧਿਆਨ ਦੇ ਵਿੱਚ ਗੱਲ ਲਿਆਉਣੀ ਚਾਹਾਂਗਾ। ਤੁਸ਼ ਬੁੱਧੀ ਦੇ ਮੁਤਾਬਕ ਜਿੰਨੀ ਕੁ ਪਾਤਸ਼ਾਹ ਨੇ ਮੱਤ ਦਿੱਤੀ ਆ, ਸਾਡੇ ਪਿੰਡਾਂ ਦੇ ਵਿੱਚ ਨਾ ਅਕਸਰ ਇੱਕ ਗੱਲ ਬੋਲੀ ਜਾਂਦੀ ਜੀ ਫਲਾਣੇ ਥਾਂ ਬਾਬਾ ਬੜਾ ਸਿਆਣਾ ਗਾ। ਵੈਸੇ ਉਹ ਬਾਬੇ ਨਹੀਂ ਹੁੰਦੇਗੇ। ਬਾਬਾ ਸ਼ਬਦ ਦੀ ਜਿਹੜੀ ਪਦਵੀ ਆ ਨਾ ਇਹ ਐਵੇਂ ਨਹੀਂ ਮਿਲਦੀ ਗੀ। ਬਾਬਾ ਜ਼ੋਰਾਵਰ ਸਿੰਘ, ਫਤਿਹ ਸਿੰਘ ਵਰਗਿਆਂ ਨੂੰ ਪੁੱਛ ਕੇ ਵੇਖੋ ਨਾ, ਇਤਿਹਾਸ ਪੜ੍ਹੋ ਵੀ ਉਹਨਾਂ ਨੂੰ ਬਾਬਾ ਸ਼ਬਦ ਦੀ ਜਿਹੜੀ ਪਦਵੀ ਆ ਕਿਵੇਂ ਪ੍ਰਾਪਤ ਹੋਈ ਆ। ਤੇ ਹੁਣੇ ਆਪਾਂ ਭੈਣ ਜਸਪ੍ਰੀਤ ਕੌਰ ਕੋਲ ਸੁਣਿਆ ਨਾ ਵੀ ਦਰਬਾਰ ਸਾਹਿਬ ਦੇ ਪਹਿਲੇ ਹੈਡ ਗ੍ਰੰਥੀ ਕੌਣ ਸੀ, ਤਾਂ ਉਹਨਾਂ ਦੇ ਅੱਗੇ ਇੱਕ ਨਾਮ ਪੈ ਜਾਂਦਾ, ਕਿਹੜਾ? ਬਾਬਾ ਬੁੱਢਾ ਜੀ। ਤੇ ਉਹ ਬਾਬਾ ਭਾਵ ਸ਼ਬਦ ਦਾ ਕਿਵੇਂ ਹੋਂਦ ਚ ਆਇਆ ਉਹ ਕਦੇ ਫਿਰ ਵਿਚਾਰ ਕਰਾਂਗੇ, ਵਾਹਿਗੁਰੂ ਕਿਰਪਾ ਕਰੇ। ਪਰ ਇੱਥੇ ਕਹਿਣ ਤੋਂ ਭਾਵ ਵੀ ਸਾਡੇ ਸਮਾਜ ਦੇ ਤਲ ਤੇ ਲੋਕ ਕਹਿੰਦੇ ਨੇ ਫਲਾਨਾ ਬਾਬਾ ਬੜਾ ਸਿਆਣਾ, ਪਰ ਉਹਨੇ ਨਾ ਕਾਲਾ ਇਲਮ ਪੜ੍ਹਿਆ ਗਾ। ਦੇਖੋ ਪਹਿਲੀ ਗੱਲ ਤਾਂ ਇਲਮ ਆ ਜਿਹੜਾ ਉਹ ਕਾਲਾ ਨਹੀਂ ਹੁੰਦਾ। ਇਲਮ ਤੋਂ ਭਾਵ ਗਿਆਨ, ਗਿਆਨ ਕਦੇ ਕਾਲਾ ਨਹੀਂ ਹੁੰਦਾ ਗਾ। ਤੇ ਜੇ ਹੁਣ ਲੋਕ ਕਹਿੰਦੇ ਨੇ ਬਾਬੇ ਨੇ ਕਾਲਾ ਇਲਮ ਪੜ੍ਹਿਆ ਗਾ, ਤਾਂ ਅਸੀਂ ਪੁੱਛ ਸਕਦੇ ਹਾਂ ਵੀ ਉਹ ਕਿਹੜਾ ਇਲਮ ਆ, ਕਿਹੜਾ ਗਿਆਨ ਆ ਜਿਹੜਾ ਹੈ ਹੀ ਕਾਲਾ, ਤੇ ਜਿਹੜਾ ਹੋਵੇ ਕਾਲਾ ਉਹ ਇਲਮ ਨਹੀਂ ਹੁੰਦਾ ਗਾ। ਇਸ ਕਰਕੇ ਸਾਨੂੰ ਭਰਮਾਉਣ ਦੇ ਲਈ ਗੱਲਾਂ ਸਮਾਜ ਦੇ ਵਿੱਚ ਵਰਤੀਆਂ ਜਾਂਦੀਆਂ ਨੇ। ਗੁਰੂ ਨਾਨਕ ਸਾਹਿਬ ਨੂੰ ਇਲਮ ਹੋਇਆ, ਅੰਦਰ ਇੱਕ ਖਿਆਲ ਪੈਦਾ ਹੋਇਆ। ਉਹ ਖਿਆਲ ਕਿਹੜਾ ਪੈਦਾ ਹੋਇਆ? ਵੀ ਅੰਦਰੋਂ ਬਾਣੀ ਦੀ ਫੋਟ ਹੁੰਦੀ ਆ। ਜਦੋਂ ਬਾਣੀ ਦੀ ਫੋਟੋ ਹੁੰਦੀ ਆ ਨਾ, ਤੇ ਫਿਰ ਉੱਥੇ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਭਾਈ ਮਰਦਾਨਾ ਜੀ ਦੀ ਚੋਣ ਕੀਤੀ ਆ ਆਪਣੇ ਤਲਵੰਡੀ ਪਿੰਡ ਦੇ ਵਿੱਚੋਂ। ਚਲੋ ਮੈਂ ਇੱਧਰ ਨਹੀਂ ਜਾਵਾਂਗਾ, ਇੱਧਰ ਕਾਫੀ ਆਪਣਾ ਜਿਹੜਾ ਦਾਇਰਾ ਉਹ ਲੰਬਾ ਹੋ ਜਾਵੇਗਾ। ਗੁਰੂ ਨਾਨਕ ਸਾਹਿਬ ਨੇ ਉਸ ਟਾਈਮ ਤੇ ਆਪਾਂ ਨੂੰ ਪਤਾ ਮਰਦਾਨਾ ਜੀ ਦੀ ਚੋਣ ਕਰਨ ਤੋਂ ਬਾਅਦ ਫਿਰ ਕੀ ਆ, ਆਪਣੇ ਵੱਲੋਂ ਉਹ ਵਾਹਿਗੁਰੂ ਪਰਮਾਤਮਾ ਦੀ ਬਾਣੀ ਜਿਹੜਾ ਇਲਮ ਗਿਆਨ ਅੰਦਰ ਆਉਣਾ ਸ਼ੁਰੂ ਹੋਇਆ ਨਾ, ਤੇ ਉਹ ਗਿਆਨ ਨੂੰ ਇਕੱਠਾ ਵੀ ਕਰਨਾ ਤੇ ਗਿਆਨ ਨੂੰ ਅੱਗੇ ਵੰਡਣਾ ਵੀ ਆ। ਦੋ ਕੰਮ ਕਰਨੇ ਨੇ, ਇਕੱਠਾ ਵੀ ਕਰਨਾ ਤੇ ਵੰਡਣਾ ਵੀ। ਜਿਵੇਂ ਆਪਣੇ ਸਾਰਿਆਂ ਦੇ ਗਿਆਨ ਗੋਲਕਾਂ ਲੱਗੀਆਂ ਪਈਆਂ, ਉਹ ਗਿਆਨ ਗੋਲਕਾਂ ਦੇ ਵਿੱਚ ਆਪਾਂ ਨੋਟ ਬਣਾਉਣੇ ਆ, ਕੇਵਲ ਇਕੱਠਾ ਕਰਕੇ ਰੱਖਣਾ ਨਹੀਂਗਾ ਰੁਮਾਲਿਆਂ ਵਿੱਚ ਢੱਕ ਕੇ। ਅੱਗੋਂ ਉਹਨੂੰ ਵੰਡਣਾ ਭਾਵ ਆਪਾਂ ਆਪ ਵੀ ਵਰਤਣਾ ਆਪਣੀ ਜ਼ਿੰਦਗੀ 'ਚ, ਤੇ ਅੱਗੇ ਆਪਾਂ ਹੋਰਾਂ ਨੂੰ ਵੀ ਵੰਡਣਾ ਹੈ। ਨਾਨਕ ਨੇ ਭਾਵ ਇਹ ਆਪਣੇ ਅੰਦਰ ਖਿਆਲ ਪੈਦਾ ਕੀਤਾ, ਤਾਂ ਉਸ ਟਾਈਮ ਤੇ ਆਪਣਾ ਸਾਥੀ ਭਾਈ ਮਰਦਾਨਾ ਜੀ ਚੁਣੇ ਗਏ। ਤੇ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਨੇ ਆਪਾਂ ਨੂੰ ਪਤਾ ਵੀ ਗੁਰੂ ਕੀ ਪਾਵਨ ਬਾਣੀ ਜਿਹੜਾ ਸ਼ਬਦ ਗੁਰੂ ਹੈ, ਸ਼ਬਦ ਗੁਰੂ ਨੂੰ ਕਦੋਂ ਪ੍ਰਗਟ ਕੀਤਾ, ਕਦੋਂ ਹੋਂਦ ਵਿੱਚ ਲੈ ਕੇ ਆਂਦਾ? ਜਦੋਂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਿੱਧਾਂ ਦੇ ਨਾਲ ਗੋਸ਼ਟ ਕੀਤੀ, ਤੇ ਸਿੱਧ ਗੋਸ਼ਟ ਬਾਣੀ ਗੁਰੂ ਨਾਨਕ ਸਾਹਿਬ ਜੀ ਨੇ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਲਿਖੀ ਹੋਈ ਆ। ਜਿਸ ਸਿੱਧ ਗੋਸ਼ਟ ਬਾਣੀ ਦੇ ਵਿੱਚ 114 ਸਵਾਲ ਗੁਰੂ ਪਾਤਸ਼ਾਹ ਜੀ ਨੇ ਸਵਾਲ ਜਵਾਬ ਕੀਤੇ ਨੇਗੇ। ਚਲੋ ਉਹਦੇ ਵਿੱਚ ਜੋ ਮੇਨ ਹੈ, ਹੁਣ ਸਿੱਧ ਪੁੱਛਦੇ ਨੇ ਵੀ ਤੁਸੀਂ ਕਿਵੇਂ ਸਾਡੇ ਤੱਕ ਪਹੁੰਚੇ ਹੋ? ਤਾਂ ਇਹਦਾ ਸਵਾਲ ਤਕਰੀਬਨ ਸਭ ਨੂੰ ਪਤਾ, ਕਵਨ ਮੂਲ ਕਵਨ ਮਤ ਵੇਲਾ, ਕੌਣ ਗੁਰੂ ਜਿਸ ਕਾ ਤੂੰ ਚੇਲਾ। ਸਾਹਿਬ ਦਾ ਹੁਕਮ ਕੀ ਆ? ਪਵਨ ਆਰੰਭ ਸਤਿਗੁਰ ਮਤ ਵੇਲਾ। ਹੁਣ ਸਾਡੀ ਆਰੰਭਤਾ ਕਿੱਥੋਂ ਹੋਈ ਆ? ਸਰੀਰ ਦੀ ਆਰੰਭਤਾ ਪਵਨ ਤੋਂ, ਹਵਾ ਤੋਂ, ਤੇ ਜਿਹੜੀ ਜਿੰਦ ਦੀ ਆਰੰਭਤਾ ਹੈ ਉਹ ਸ਼ਬਦ ਤੋਂ ਹੋਈ ਆ। ਉਹ ਵਾਹਿਗੁਰੂ ਪਰਮਾਤਮਾ ਨੇ ਆਪਣਾ ਹੁਕਮ ਕੀਤਾ, ਹੁਕਮ ਦੇ ਵਿੱਚ ਸਾਡਾ ਸਰੀਰ ਬਣਿਆ, ਹੁਕਮ ਦੇ ਵਿੱਚ ਸਰੀਰ ਵਿੱਚ ਜਿੰਦ ਪਈ ਹੈ। ਪਰ ਜਿਹੜਾ ਸਰੀਰ ਆ ਇਹਨੂੰ ਪਿੱਲਰ ਨੇ ਜਿਹੜੇ ਉਹ ਹਵਾ ਦੇ ਲੱਗੇ ਹੋਏ ਨੇਗੇ। ਭਗਤ ਰਵਿਦਾਸ ਜੀ ਦਾ ਕਿੱਡਾ ਸਾਇੰਸ ਦੇ ਤਲ ਤੇ ਆਪਾਂ ਸਿੱਧ ਕਰਕੇ ਦੇਖੀਏ ਸ਼ਬਦ ਨੂੰ, ਤੇ ਕਿੱਡੀ ਵੱਡੀ ਬਖਸ਼ਿਸ਼ ਕੀਤੀ ਹੈ, ਕਿੱਡਾ ਵੱਡਾ ਹੁਕਮ ਜਾਰੀ ਕੀਤਾ ਭਗਤ ਰਵਿਦਾਸ ਨੇ। ਦੇਖੋ ਕਿੱਥੇ ਪੜ੍ਹੇ, ਕਿਹੜੇ ਕਾਲਜ, ਕਿਹੜੀ ਯੂਨੀਵਰਸਿਟੀ, ਕਿਹੜੇ ਸਕੂਲ ਦੇ ਵਿੱਚ ਗਏ ਨੇ ਉਹ, ਪਰ ਇੱਕ ਗੱਲ ਦੇਖਣ ਯੋਗ ਆ, ਸਵਾਲ ਜਵਾਬ ਉਹ ਕੀਤੇ ਨੇ ਜਿਨ੍ਹਾਂ ਦੇ ਅੱਜ ਤੱਕ ਸਾਡੇ ਸਮਾਜ ਦੇ ਵਿੱਚ ਕਿਸੇ ਤੋਂ ਹੱਲ ਨਹੀਂ ਹੋ ਸਕੇਗੇ। ਅੱਜ ਵੀ ਸਾਡੇ ਸਮਾਜ ਦੇ ਵਿੱਚ ਉਹ ਵੱਡੇ ਵੱਡੇ ਕਹਿੰਦੇ ਕਹਾਉਂਦੇ ਬਾਬਿਆਂ ਦੇ ਸਿਰ ਤੇ ਖੜੇ ਬਣਨਗੇ। ਹੁਣ ਭਗਤ ਰਵਿਦਾਸ ਜੀ ਦਾ ਹੁਕਮ ਕੀ ਆ? ਭਗਤ ਰਵਿਦਾਸ ਜੀ ਕਹਿੰਦੇ ਇਹ ਸਾਡਾ ਸਰੀਰ ਆ ਨਾ ਜਿਹੜਾ, ਇਹ ਸਰੀਰ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ। ਮੈਂ ਇਧਰਲੇ ਪਾਸੇ ਨਹੀਂ ਜਾਵਾਂਗਾ, ਮਾਫੀ ਚਾਹਾਂਗਾ। ਜਲ ਕੀ ਭੀਤ, ਭੀਤ ਮੀਨਜ ਕੰਧ, ਜਲ ਦੀ ਕੰਧ। ਪੂਰੇ ਸਮਾਜ ਦੇ ਵਿੱਚ ਦੇਖੋ ਕਿਤੇ ਜਲ ਦੀ ਕੰਧ ਹੈ? ਨਹੀਂ ਟੱਕਰੇਗੀ।
पर किथे आ वो परमात्मा ने साडा शरीर आ ये जल दी कंध आ, खून मिज ये जल दी कंध है। जल की भीत पवन का थंबा, पवन हवा, हवा दा पिलर लाया पूरे वर्ल्ड दे विच ਜਾਂ ਤਿੰਨੇ ਭਾਵਨਾ ਵਿੱਚ ਹਵਾ ਪਾਣੀ ਅੱਗ ਆਕਾਸ਼ ਜਿੱਥੇ ਵੀ ਸਾਰੇ ਜੀਵ ਰਹਿੰਦੇ ਨੇ ਕਿਸੇ ਥਾਂ ਤੇ ਭਾਵ ਜਲਦੀ ਭੀਤ ਪਵਨ ਕਾ ਥੰਬਾ ਹਵਾ ਦਾ ਥੰਬਲਾ ਪਿੱਲਰ ਆਪਾਂ ਨੂੰ ਮਿਲ ਜੇਗਾ ਨਹੀਂ। ਹਵਾ ਦੇ ਪਿੱਲਰ ਤੇ ਕਦੇ ਬੰਗਲੇ ਨਹੀਂ ਉਸਰਦੇਗੇ ਤੇ ਬੰਗਲੇ ਉਸਾਰਨ ਦੇ ਲਈ ਧਰਤੀ ਦੇ ਵਿੱਚੋਂ ਆਪਾਂ ਨੂੰ ਪਿੱਲਰ ਮਜ਼ਬੂਤ ਚੱਕਣੇ ਪੈਂਦੇ ਨੇਗੇ। ਚਲੋ ਕਹਿਣ ਤੋਂ ਭਾਵ ਭਗਤ ਰਵਿਦਾਸ ਜੀ ਦਾ ਕ੍ਰਾਂਤੀਕਾਰੀ ਸ਼ਬਦ पातशाह जी की कहते ने कहते जल की भीत पवन का थंबा रकत बुंद का गारा हाड़ मास नाड़ी को पिंजर पंखी वसै विचारा। हुण पंखी केड़ा गा जीवात्मा, जीवात्मा रब दे हुक्म च है। रब दा हुक्म की है शब्द नाम के धारे सगले जन जिथों अपनी शुरुआत हुई है। हुण इत्थे पातशाह जी नूं सवाल कीता तेरा गुरु कौन है। हुण पातशाह ने जवाब की दिता गा पवन आरंभ सतगुर मत वेला शब्द गुरु सुरत तो नचेला। हुण जिहड़ा गुरु नानक साहब ने शब्द दी अगे वंड शुरू की है ना, शब्द नूं वरताउणा शुरू कीता गा, वो शब्द नूं गुरु नानक साहब जी ने चेता रखियो अपने अंदर दे हाव भाव अंदर दी भाव अवस्था राही वरताउणा शुरू कीता, अंदर दे प्यार राही। शब्द दी वंड अज भी बड़ी कीती जांदी है, ये गल नहीं है भी शब्द दी वंड नहीं कीती जांदी, पर जो गुरु नानक साहब दा तरीका वो अलग है। हुण गुरु नानक साहब दा तरीका की आ सज्जन जिहनूं आपां ठग नाम नाल याद करदे आ, वैसे भाई सज्जन है ते भाई सज्जन नूं किसी करामात नाल नहीं गुरु नानक साहब ने सुधारिया। भाई सज्जन नूं गुरु नानक साहब ने शब्द दी चोट नाल ਉਹਦੇ जीवन ਨੂੰ ਤਬਦੀਲ ਕੀਤਾ भी सिर्फ एक रात ਦੇ ਵਿੱਚ। एक रात ਤੋਂ ਹੋਰ ਘਟਾ ਲਓ, सिर्फ रात ਦੇ ਅੱਧੀ ਰਾਤ ਦੇ वक्त ਤੋਂ ਬਾਅਦ मतलब ਪਹਿਲੇ ਤੇ ਦੂਜੇ ਪਹਿਰ ਦੇ ਵਿੱਚ ਹੁਣ ਗੁਰੂ ਪਾਤਸ਼ਾਹ ਨੇ ਉਹਨਾਂ ਦਾ ਜੀਵਨ ਬਦਲਿਆ। ਚਲੋ ਕਹਿਣ ਤੋਂ ਭਾਵ ਵੀ ਇੱਥੇ ਸਾਡੀ ਜਿਹੜੀ ਸਰੀਰ ਦੀ ਆਰੰਭਤਾ ਉਹ ਭਾਵ ਗੁਰੂ ਪਾਤਸ਼ਾਹ ਦੀ ਕਿਰਪਾ ਸਦਕਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਸ਼ਬਦ ਦੇ ਰਾਹੀਂ ਹੋਈ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਇੱਥੇ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵੀ ਅਤੇ ਭਗਤਾਂ ਬਾਣੀ ਵੀ ਇਕੱਤਰ ਕਰਨੀ ਸ਼ੁਰੂ ਕੀਤੀ ਤੇ ਉਹ ਆਪਾਂ ਭਾਈ ਗੁਰਦਾਸ ਜੀ ਤੋਂ ਪੜ੍ਹਦੇ ਆ ਨਾ, ਪੁੱਛਦੇ ਆ ਪਿੱਛੇ ਪਾਤਸ਼ਾਹ ਜੀ ਨੇ ਜ਼ਿਕਰ ਕੀ ਕੀਤਾ ਸੀ ਵੀ ਇੱਕ ਹੱਥ ਵਿੱਚ ਗੁਰੂ ਨਾਨਕ ਸਾਹਿਬ ਦੇ ਡੰਡਾ ਹੈ ਤੇ ਇੱਕ ਹੱਥ ਵਿੱਚ किताब है। आप सारे इस गल नूं पढ़ते हैं। पुछण खोल किताब नूं जदों भी मक्के विच गुरु साहब जी गए ने पुछण खोल उत्थे भी गुरु पातशाह ने किताब प्रकाश की। किताब बड़ा पवित्र शब्द है। शब्द जीती सिद्ध मंडली जिहड़ी शब्द दे राही ही सिद्धां दी मंडली नूं गुरु साहब ने जित्तियागा। इवें नहीं जित्तिया किसी करामात नाल नहीं जित्तियागा। अज बड़े तरीके ने एक दूजे नूं जित्तण दे, पर नहीं गुरु नानक साहब ने शब्द राही जित्तियागा। चलो वाहिगुरू भला करे। हुण गुरु नानक साहब जी ने किया भगती दी लहर तो भगती ते शक्ति दी लहर आरंभ कर दी। समय नूं वेखदे होए आ हुण बच्चे इत्थे सोचणगे भी गुरु नानक साहब कोले तां असीं कोई किदां दा हथियार नहीं वेख्या भी उन्हां कोले कोई किरपान नेजा वरसा टंगिया भी नहीं है, पर है कि गुरु नानक साहब कोले एक डंडा हथ विच ते एक किताब है। मतलब किताब दी राखी वो जो विचारधारा है शब्द है गुरबाणी है वो गुरबाणी दी राखी शस्त्रां दे निगाह विच रख दित्ती। ते जदों आपां दरबार साहिब विच किते भी जाइए गुरु ग्रंथ साहिब जी दे जिथे प्रकाश हुंदा ते अगे शास्त्र जरूर हुंदे ने। माफ करना उन्हां शास्त्रां दा भाव अर्थ पिछे होर आ ते अज भावें वो एक शो बन के रह गए, अज भावें एक शो का रूप धारण कर गए, पर उन्हां दा पिछे मतलब कारण कोई होर आ, वजह कोई होर आ। चलो वाहिगुरू भला करे, अपने कोले वक्त थोड़ा गा। मतलब शब्द नूं शस्त्र दी राखी विच गुरु साहब ने अगे वंडना शुरू कीता गा। अज बहुतियां माफ करना बचदी मैं गल जरूर कहांगा, बड़ियां संस्थावां ने जिहड़ियां कहंदियां ने किरपान पाउण दी जरूरत नहीं है। चलो पातशाह जी किरपा करना। कहण तो भाव गुरु साहब जी ने इत्थे भाव सानूं संधान दे दित्ता शब्द गुरु सुरत धुन चेला। शब्द उदों पहलां भी सी पर गुरु नहीं सी ते गुरु नानक साहब ने दस्सिया भी शब्द आ जिहड़ा तेरा गुरु आ। मैं थोड़ा जिहा पिछे दृष्टांत देवांगा फिर आपां अगे चलांगे। जदों गुरु पातशाह दी परमात्मा दी बख्शिश सदका बच्चा होने वाला होवे, देसी भाषा दे विच आम अपने घरां दे विचों साडियां मावां भैणां बच्चियां आदक डॉक्टरां कोल जां किसी नर्स कोल पहुंचदियां ने, उत्थे गल कही जांदी है की कहा जांदा भैन जी अपने सुनन दे संबंधी खाण पीण दे संबंधी वेखण संबंधी ध्यान रखना। ज्यादातर उहदे ते जिहड़ा जोर आ वो सुनन ते दित्ता जांदा भी चंगा सुनना गलत नहीं सुनना गा। असर अगे जाके बच्चे ते क्योंकि तेथों खुराक लैनी है, तेरी सुनवाई बच्चे ने अपने जीवन विच
ਲਿਆਉਣੀਆਂ। ਤੇਰੇ ਸਾਹਾਂ ਦੇ ਵਿੱਚੋਂ ਬੱਚੇ ਨੇ ਸਾਹ ਲੈਣੇ ਆ। ਜਿਸ ਦਿਨ ਉਹ ਧਰਤੀ ਦੇ ਤਖਤੇ ਤੇ ਆਵੇਗਾ ਉਸ ਦਿਨ ਉਹਨੇ ਆਪਣੇ ਜੀਵਨ ਨੂੰ ਭਾਵ ਪਰਮਾਤਮਾ ਦੀ ਮਰਜ਼ਾਦਾ ਵਿੱਚ ਲੈ ਕੇ ਆਉਣਾਗਾ। ਹੁਣ ਜਦੋਂ ਬੱਚੇ ਦਾ ਜਨਮ ਹੋਇਆ ਤਾਂ ਉਸ ਟਾਈਮ ਤੇ ਦਾਈ ਨੇ ਇੱਕ ਕੰਮ ਕੀਤਾ, ਚਾਹੋ ਨਰਸ ਆ ਚਾਹੋ ਦਾਈ ਆ। ਕੀ ਕੰਮ ਕੀਤਾ? ਬੱਚੇ ਦਾ ਜਨਮ ਹੁੰਦਾ ਤੇ ਦਾਈ ਬੱਚੇ ਦੀ ਪਿੱਠ ਤੇ ਥਾਪੜਾ ਮਾਰਦੀ ਆ, ਇਉਂ ਕਹਿ ਲੋ ਜ਼ੋਰ ਦਾ ਧੱਫਾ ਮਾਰਦੀ ਆ। ਉਹ ਜ਼ੋਰ ਦਾ ਧੱਫਾ ਮਾਰਨ ਦਾ ਮਤਲਬ ਕੀ ਆ, ਕਾਰਨ ਕੀ ਆ? ਚਲੋ ਬੱਚੇ ਸਾਰੇ ਸੂਝਵਾਨ ਹੋ, ਨਿਆਣੇ ਹੋ, ਜੋ ਸਮਝਦਾਰ ਬੈਠੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ। ਉਹ ਥੱਪੜ ਕਿਉਂ ਮਾਰਿਆ ਗਿਆ? ਉਹਦਾ ਕਾਰਨ ਇਹ ਸੀ, ਇਦੋਂ ਪਹਿਲਾਂ ਜੋ ਕੁਝ ਮਿਲਦਾ ਸੀ ਮਾਤਾ ਕੋਲੋਂ ਮਿਲਦਾ ਸੀ, ਅੱਜ ਤੋਂ ਬਾਅਦ ਤੇਰੀ ਆਪਣੀ ਇੱਕ ਮਰਜ਼ਾਦਾ ਸ਼ੁਰੂ ਹੋ ਗਈ ਆ। ਭਾਵ ਅੱਜ ਤੋਂ ਬਾਅਦ ਤੈਂ ਉਹ ਥੱਪੜ ਖਾ ਕੇ ਚੀਕ ਮਾਰੀ, ਚੀਕ ਮਾਰਨ ਤੋਂ ਬਾਅਦ ਉਹਦੇ ਸਾਹ ਨੇ ਜਿਹੜੇ ਉਹ ਚੱਲ ਪਏ। ਇਦੋਂ ਪਹਿਲਾਂ ਮਾਂ ਤੋਂ ਸਾਹ ਲੈਂਦਾ ਸੀ, ਹੁਣ ਭਾਵ ਸਾਹ ਉਹਨੇ ਖੁਦ ਆਪਣੇ ਪਰਮਾਤਮਾ ਦੇ ਹੁਕਮ ਵਿੱਚ ਚਲਾਉਣੇ ਸ਼ੁਰੂ ਕਰ ਦਿੱਤੇ। ਜਿੱਥੇ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ, ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ। ਭਾਵ ਕੀ ਆ? ਅਸੀਂ ਇੱਕ ਦਮ ਦੇ ਮਾਲਕ ਉਸ ਦਿਨ ਤੋਂ ਸ਼ੁਰੂ ਹੋ ਗਏ। ਚਲੋ ਵਾਹਿਗੁਰੂ ਕਿਰਪਾ ਕਰੇ ਅਸੀਂ ਸ਼ਬਦ ਤੱਕ ਪਹੁੰਚਣਾ, ਸ਼ਬਦ ਦੇ ਪ੍ਰਕਾਸ਼ ਤੱਕ। ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਸਾਨੂੰ ਸ਼ਬਦ ਗੁਰੂ ਨਾਲ ਜੋੜ ਦਿੱਤਾ, ਫਿਰ ਗੁਰੂ ਨਾਨਕ ਸਾਹਿਬ ਨੇ ਆਪਣੇ ਵੱਲੋਂ ਜੋ ਬਾਣੀ ਉਚਾਰਨ ਕੀਤੀ ਹੈ, ਇਸ ਪਾਵਨ ਬਾਣੀ ਨੂੰ ਅੱਗੇ ਗੁਰੂ ਅੰਗਦ ਸਾਹਿਬ ਮਹਾਰਾਜ ਤੱਕ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਤੱਕ, ਗੁਰੂ ਅਮਰਦਾਸ ਮਹਾਰਾਜ ਜੀ ਨੇ ਰਾਮਦਾਸ, ਗੁਰੂ ਅੱਗੇ ਅਰਜਨ ਦੇਵ ਮਹਾਰਾਜ। ਇੱਕ ਗੱਲ ਵਿੱਚ ਇੱਥੇ ਹੋਰ ਨੋਟ ਕਰਿਓ ਪਿਆਰੇ ਬੱਚਿਓ, ਇੱਕ ਸਾਡੇ ਸਮਾਜ ਦੇ ਵਿੱਚ ਗੱਲ ਕਹੀ ਜਾਂਦੀ ਹੈ, ਕਹਿੰਦੇ ਭਾਈ ਮਨੀ ਸਿੰਘ ਜੀ ਨਾ ਬੰਦ ਕਹਿੰਦੇ ਤਾਂ ਕੱਟਿਆ ਗਿਆ, ਉਹਨਾਂ ਨੂੰ ਸ਼ਰਾਪ ਮਿਲਿਆ। ਇਹ ਪਤਾ ਨਹੀਂ ਕਦੋਂ ਸਾਡੇ ਸਮਾਜ ਦੇ ਵਿੱਚ ਕਿਹੜੇ ਵੇਲੇ ਸਾਖੀਆਂ ਆ ਗਈਆਂ, ਪਰ ਆਉਣੀਆਂ ਕਿਉਂ ਆਈਆਂ, ਇਹ ਮਤਲਬ ਜ਼ਰੂਰੀ ਕਿਉਂ ਹੋ ਗਈਆਂ, ਇਹਨਾਂ ਦਾ ਕਾਰਨ ਆਉਣ ਦਾ ਮਤਲਬ ਕੀ ਬਣ ਗਿਆ? ਕਿਉਂਕਿ ਸਾਡੀ ਕੌਮ ਦੇ ਜਿਹੜੇ ਵਾਰਸ ਆ ਨਾ, ਉਹ ਸੱਚ ਜਾਣੋ ਪਿਆਰੇ ਬੱਚਿਓ, ਉਹ ਸੌਂਗੇ। ਉਸੇ ਘਰ ਦੇ ਵਿੱਚ ਪਾੜ ਲੱਗਦਾ, ਉਸੇ ਘਰ ਵਿੱਚ ਚੋਰੀ ਹੁੰਦੀ ਆ। ਜਿਹੜਾ ਪਰਿਵਾਰ ਵਿਸਲਾ ਹੋ ਜੇ, ਸੌਂ ਜਾਵੇ, ਇਹ ਸੌਂਗੇ। ਤਾਈਓ ਫਿਰ ਕੀ ਹੋਇਆ? ਮਤਲਬ ਉੱਥੇ ਗੱਲ ਜੋੜ ਦਿੱਤੀ ਗਈ ਕਿ ਬਾਬਾ ਮਨੀ ਸਿੰਘ ਜੀ ਦਾ ਬੰਦ ਤਾਂ ਕੱਟਿਆ ਗਿਆ, ਉਹਨਾਂ ਨੇ ਗੁਟਕਿਆਂ ਦੇ ਵਿੱਚ ਬਾਣੀ ਆ ਜਿਹੜੀ ਵੰਡਤੀ। ਉਹ ਨਹੀਂ, ਗੁਰੂ ਨਾਨਕ ਸਾਹਿਬ ਵੇਲੇ 5 ਸਿੱਖਾਂ ਦੀ ਜ਼ਿੰਮੇਵਾਰੀ ਸੀ। ਭਾਵ ਡਾਕਟਰ ਰਤਨ ਸਿੰਘ ਜੱਗੀ ਨੇ ਸਿੱਖ ਪੰਥ ਵਿਸ਼ਵ ਕੋਸ਼ ਵਿੱਚ ਲਿਖਿਆ, ਭਾਵ 5 ਸਿੱਖਾਂ ਦੀ। ਕਿਹੜੇ ਕਿਹੜਿਆਂ ਦੀ? ਭਾਈ ਸੈਦੋ, ਭਾਈ ਕੇਹੋ ਸਿੰਘਾਂ, ਭਾਈ ਮਨਸੁਖ ਤੇ ਭਾਈ ਭਗੀਰਥ। ਇਹਨਾਂ 5 ਦੀ ਬਾਣੀ ਲਿਖਣ ਦੀ ਡਿਊਟੀ ਸੀ। ਭਗਤਾਂ ਦੀ ਬਾਣੀ, ਗੁਰੂ ਨਾਨਕ ਸਾਹਿਬ ਦੇ ਆਪਣੇ ਬੋਲ, ਇਹਨਾਂ ਨੇ ਬੜੇ ਸੋਹਣੇ ਢੰਗ ਦੇ ਨਾਲ ਭਾਵ ਸੰਭਾਲ ਕੇ ਰੱਖੇ। ਏਦਾਂ ਨਹੀਂ ਵੀ ਭਾਵ ਉਹਨਾਂ ਦਾ ਕਿਸੇ ਤਰ੍ਹਾਂ ਅਦਬ ਨਹੀਂ ਕੀਤਾ, ਬੇਅਦਬੀ ਕੀਤੀ। ਹੁਣ ਗੁਰੂ ਨਾਨਕ ਸਾਹਿਬ ਨੇ ਸੱਜਣ ਨੂੰ ਸ਼ਬਦ ਸੁਣਾਇਆ, ਪਰ ਉਹ ਸ਼ਬਦ ਦੀ ਕਾਪੀ ਸੱਜਣ ਨੂੰ ਦੇ ਦਿੱਤੀ, ਪਰ ਅਸਲੀਅਤ ਨਾਲ ਲਿਆਏ। ਕਿਉਂ? ਕਿਉਂਕਿ ਦੁਨੀਆ ਵਿੱਚ ਠੱਗ ਹੋਰ ਬੜੇ ਮਿਲਣੇ ਨੇ, ਤੇ ਠੱਗ ਮਿਲਣੇ ਨੇ ਤੇ ਇਲਾਜ ਸਾਰਿਆਂ ਦਾ ਸ਼ਬਦ ਹੀ ਆ, ਸਾਰਿਆਂ ਦਾ ਟੀਕਾ, ਸਾਰਿਆਂ ਦੀ ਦਵਾਈ ਇਹ ਸ਼ਬਦ ਹੀ ਹੋਵੇਗੀ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਆਪਣੀ ਪਾਵਨ ਬਾਣੀ 958 ਸ਼ਲੋਕ ਸ਼ਬਦ ਉਚਾਰਨ ਕਰਕੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਅਤੇ ਭਗਤਾਂ ਦੀ ਬਾਣੀ ਦੇ ਦਿੱਤੀ ਹੈ। ਹੁਣ ਇੱਥੇ ਇਹ ਗੱਲ ਨਹੀਂ ਹੈ ਵੀ ਗੁਰੂ ਨਾਨਕ ਸਾਹਿਬ ਜੀ ਕੇਵਲ ਇੰਨੇ ਕੁ ਸ਼ਬਦਾਂ ਤੇ ਰੁਕ ਗਏ, ਉਹ ਬਾਣੀ ਹੋਰ ਵੀ ਉਚਾਰਨ ਕਰ ਸਕਦੇ ਸੀ, ਕੋਈ ਖਾਸ ਗੱਲ ਨਹੀਂ, ਕੋਈ ਬਹੁਤੀ ਵੱਡੀ ਗੱਲ ਨਹੀਂ ਸੀ। ਪਰ ਉਹਨਾਂ ਨੇ ਅੱਗੇ ਜਿਹੜੀ ਸੇਵਾ ਦਿੱਤੀ ਆ ਉਹ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਦਿੱਤੀ ਆ। ਇੱਥੇ ਇੱਕ ਪਿਆਰੇ ਬੱਚੇ ਹੋਰ ਸਵਾਲ ਖੜਾ ਹੁੰਦਾ ਵੀ ਗੁਰੂ ਨਾਨਕ ਸਾਹਿਬ ਨੇ ਆਪਣੇ ਬੱਚਿਆਂ ਨੂੰ ਗੁਰਗੱਦੀ ਕਿਉਂ ਨਹੀਂ ਦਿੱਤੀ, ਆਪਣੇ ਬੱਚਿਆਂ ਨੂੰ ਬਾਣੀ ਦੇ ਕਰਤਾ ਧਰਤਾ ਕਿਉਂ ਨਹੀਂ ਬਣਾਇਆ? ਇਹ ਗੁਰੂ ਨਾਨਕ ਦੇ ਦਰ ਘਰ ਦੀ ਜ਼ਿੰਮੇਵਾਰੀ ਜਾਂ ਕਰਤਾਰਪੁਰ ਜਾਂ ਸਿੱਖ ਕੌਮ ਦੀ ਜ਼ਿੰਮੇਵਾਰੀ ਆਪਣੇ ਪੁੱਤਰਾਂ ਨੂੰ ਕਿਉਂ ਨਾ ਦਿੱਤੀ? ਇੱਥੇ ਇੱਕ ਸਵਾਲ ਕੀ ਖੜਾ ਹੋਇਆ, ਕਿਉਂਕਿ ਜਿਹੜਾ ਪੁਜਾਰੀ ਹੈ ਨਾ, ਚਲੋ ਬ੍ਰਾਹਮਣ ਕਿਸੇ ਜਾਤ ਦਾ ਨਾਮ ਨਹੀਂ ਹੈ, ਕੋਈ ਬੱਚਾ ਕਿਸੇ ਤਰ੍ਹਾਂ ਜੁੜਿਆ ਹੋਵੇ ਮਾਫ ਕਰਨਾ, ਪਰ ਜਿਹੜਾ ਪੁਜਾਰੀ ਹੈ ਨਾ, ਬ੍ਰਾਹਮਣ ਪੁਜਾਰੀ, ਉਹ ਚਲਾਕ ਬਹੁਤ ਆ। ਤੁਹਾਨੂੰ ਪਤਾ ਹੋਵੇ ਅੱਜ ਵੀ ਸਾਡੇ ਸਿਰ ਤੇ ਰਾਜ ਬ੍ਰਾਹਮਣੀ ਕਰਦਾ। ਠੀਕ ਹੈ ਵੀ ਅਸੀਂ ਆਵਾਜ਼ ਜ਼ਰੂਰ ਦੇ ਦਿੰਦੇ ਹਾਂ ਰਾਜ ਕਰੇਗਾ ਖਾਲਸਾ, ਉਹਦਾ ਅੰਤਰੀ ਭਾਵ ਕੁਝ ਹੋਰ ਹੈ, ਪਰ ਅੱਗੇ ਜਿਹੜਾ ਸਮਾਜਿਕ ਤਲ ਤੇ ਅਰਥ ਉਹ ਕੁਝ ਹੋਰ ਬਣਦਾ। ਪਰ ਜਿਹੜੀ ਇਹ ਆਵਾਜ਼ ਹੈ ਇਹ ਰੋਜ਼ ਦਿੱਤੀ ਜਾਂਦੀ ਹੈ। ਪਰ ਅੱਜ ਵੀ ਸਿੱਖਾਂ ਦੇ ਸਿਰ ਤੇ ਇਉਂ ਕਹਿ ਲਓ ਕਿਸੇ ਵਿਰਲੇ ਗੁਰਦੁਆਰਾ ਸਾਹਿਬ ਨੂੰ ਛੱਡ ਕੇ ਤੇ ਬਾਕੀ ਹਰ ਇੱਕ ਗੁਰਦੁਆਰੇ ਦੇ ਵਿੱਚ ਬ੍ਰਾਹਮਣ ਰਾਜ ਕਰਦਾ ਗਾ। ਪਿਆਰੇ ਬੱਚਿਓ ਨਿਗਾਹ ਰੱਖਿਓ, ਜਦੋਂ ਤੁਹਾਡੇ ਘਰੇ ਗੁਰੂ ਗ੍ਰੰਥ ਸਾਹਿਬ ਜਾਣਗੇ ਨਾ, ਗੁਰੂ ਗ੍ਰੰਥ ਸਾਹਿਬ ਜਾਣ ਤੋਂ ਪਹਿਲਾਂ ਬ੍ਰਾਹਮਣ ਜਾਊਗਾ, ਬ੍ਰਾਹਮਣ ਦੀਆਂ ਦਿੱਤੀਆਂ ਹੋਈਆਂ ਭਾਵ ਅਣਹੋਣੀਆਂ ਮਨੌਤਾਂ ਜਾਣਗੀਆਂ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਸਾਡੇ ਘਰੇ ਮਨਮਤੀ ਚੀਜ਼ਾਂ ਵਗ ਗਈਆਂ, ਕੀ ਵਗ ਗਿਆ? ਪੁਜਾਰੀ ਵਗ ਗਿਆ ਨਾ, ਫਿਰ ਗੁਰੂ ਤਾਂ ਪਿੱਛੇ ਰਹਿ ਗਿਆ। ਇਸ ਕਰਕੇ ਅੱਜ ਵੀ ਸਾਡੇ ਸਿਰ ਤੇ ਪਹਿਲਾਂ ਨਾਰੀਅਲ,
ਪਹਿਲਾਂ ਕੁੰਭ ਘੜੇ, ਪਹਿਲਾਂ ਹੋਰ ਬੜਾ ਕੁਛ ਉਹ ਰਾਜ ਕਰ ਰਿਹਾ ਹੈਗਾ। ਚਲੋ ਇੱਕ ਅਲੱਗ ਵਿਸ਼ਾ ਤਾਂ ਜਾ ਕੇ ਵੇਖ ਗਏ ਆਪਾਂ, ਤਾਂ ਵੀ ਸਾਡੇ ਤੇ ਇੱਕ ਬ੍ਰਾਹਮਣੀ ਰਾਜ ਕਰਦਾ। ਵਾਹਿਗੁਰੂ ਭਲਾ ਕਰੇ ਅਸੀਂ ਸਮਝ ਗਏ, ਤਾਂ ਜੋ ਐਜੂਕੇਟ ਪੰਜਾਬ ਪ੍ਰੋਜੈਕਟ ਨਾ ਤੁਹਾਨੂੰ ਸਾਰਿਆਂ ਨੂੰ ਸਿਆਣੇ ਬਣਾ ਕੇ, ਤੁਹਾਨੂੰ ਸਾਰਿਆਂ ਨੂੰ ਨਾ ਚੰਗੀ ਚੰਗੀ ਗੁਰਮਤ ਦੀ ਗੁੜਤੀ ਦੇ ਕੇ ਪੂਰੇ ਚੰਗੇ ਅਫਸਰ ਬਣਾਉਣਾ ਚਾਹੁੰਦੇ ਹਨ। ਚਲੋ ਵਾਹਿਗੁਰੂ ਅੱਗੇ ਲੈ ਚੱਲ ਗਏ ਆਪਾਂ ਗੱਲ ਨੂੰ। ਗੁਰੂ ਨਾਨਕ ਸਾਹਿਬ ਨੇ ਆਪਣੀ ਪਾਵਨ ਬਾਣੀ ਗੁਰੂ ਅੰਗਦ ਸਾਹਿਬ ਨੂੰ ਆਪਣੇ ਪੁੱਤਰਾਂ ਨੂੰ ਕਿਉਂ ਨਹੀਂ ਦਿੱਤੀ? ਕਿਉਂਕਿ ਉਹ ਕਿਸੇ ਗੈਰ ਬੰਦੇ ਦੇ ਹੱਥ ਚੜ ਗਏ। ਮੈਂ ਕਦੇ ਫਿਰ ਇਸ ਗੱਲ ਵੱਲ ਅੱਗੇ ਫਿਰ ਵਿਚਾਰ ਕਰਾਂਗੇ ਆਪਾਂ। ਗੈਰ ਬੰਦੇ ਦੇ ਹੱਥ ਚੜੇ। ਗੁਰੂ ਨਾਨਕ ਸਾਹਿਬ ਦਾ ਜ਼ਿਆਦਾ ਧਿਆਨ ਸਮਾਜ ਵਿੱਚ ਹੈ ਕਰਦੀ ਫਿਰਿਆ ਲੋਕਾਈ ਜਿਹੜੀ ਹੈ ਦੀਆਂ ਆਵਾਜ਼ਾਂ ਆਉਂਦੀਆਂ, ਉਹਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਆਪਣੇ ਦਿਲ ਵਿੱਚ ਲਾਇਆ ਤੇ ਉਹਨਾਂ ਦਾ ਇਲਾਜ ਕਰਨ ਚੱਲੇ। ਤੇ ਪਿੱਛੇ ਬੇਟੇ ਪੁੱਤਰ, ਉਹ ਪਿੱਛੇ ਆਪਾਂ ਨੂੰ ਪਤਾ ਗੈਰ ਕਾਨੂੰਨੀ ਢੰਗ ਨਾਲ ਜਿਹੜੀ ਜ਼ਿੰਦਗੀ ਹੈ ਜਿਉਣੀ ਆਰੰਭ ਕਰ ਦਿੱਤੀ। ਫਿਰ ਉੱਥੇ ਗੁਰੂ ਨਾਨਕ ਸਾਹਿਬ ਨੇ ਗੱਲ ਸਿੱਧ ਕਰ ਦਿੱਤੀ ਵੀ ਜਿੱਥੇ ਸੱਚ ਆ ਮੈਂ ਪਿਆਰ ਉੱਥੇ ਕਰੂੰ, ਜੇ ਸੱਚ ਮੇਰੇ ਪੁੱਤ ਕੋਲ ਨਹੀਂ ਤਾਂ ਮੈਂ ਪੁੱਤ ਨੂੰ ਪਿਆਰ ਨਹੀਂ ਕਰਦਾ। ਇਹ ਗੱਲ ਅਲੱਗ ਦੱਸ ਦਿੱਤੀ। ਫਿਰ ਉੱਥੇ ਗੁਰੂ ਨਾਨਕ ਸਾਹਿਬ ਨੇ ਕੀ ਵੇਖਿਆ? ਨਾਦੀ ਪੁੱਤ ਦੀ ਚੋਣ ਕੀਤੀ ਆ, ਇੱਕ ਬਿੰਦੀ ਪੁੱਤ ਇੱਕ ਨਾਦੀ ਪੁੱਤ। ਮਾਂ ਕੀ ਰਖਤ ਪਿਤਾ ਬਿੰਦ ਧਾਰਾ, ਬਿੰਦੀ ਪੁੱਤ ਦੀ ਨਹੀਂ ਨਾਦੀ ਪੁੱਤ। ਭਾਵ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਲਹਿਣੇ ਨੂੰ ਪੁੱਤਰ ਹੋਣ ਦਾ ਮਾਣ ਮਿਲਿਆ। ਅੱਗੇ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਆਪਣੇ 63 ਸ਼ਲੋਕ ਤੇ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਤੇ ਭਗਤਾਂ ਦੀ ਬਾਣੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ, ਗੁਰੂ ਅਮਰਦਾਸ ਮਹਾਰਾਜ ਜੀ ਦੇ 885 ਸ਼ਬਦ ਉਹ ਅੱਗੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ, ਗੁਰੂ ਰਾਮਦਾਸ ਮਹਾਰਾਜ ਜੀ ਨੇ ਅੱਗੇ 647 ਆਪਣੇ ਸ਼ਬਦ ਪਲੱਸ ਵਿੱਚ ਕਰਕੇ ਪਹਿਲੇ ਦੂਜੇ ਤੀਜੇ ਅਤੇ ਚੌਥੇ ਪਾਤਸ਼ਾਹ ਨੇ ਆਪਣੀ ਬਾਣੀ ਇਕੱਤਰ ਕਰਕੇ ਅੱਗੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸੌਂਪ ਦਿੱਤੀ। 30 ਰਾਗਾਂ ਦੇ ਵਿੱਚ 2312 ਸ਼ਬਦ ਆਪਾਂ ਨੂੰ ਪਤਾ ਗੁਰੂ ਕੀ ਪਾਵਨ ਬਾਣੀ ਇੱਥੋਂ ਤੱਕ ਪਹੁੰਚ ਗਈ। ਹੁਣ ਇੱਥੇ ਭਗਤਾਂ ਦੀ ਬਾਣੀ ਵੀ ਆ, ਭੱਟਾਂ ਦੀ ਬਾਣੀ ਵੀ ਆ, ਤੇ ਇੱਥੇ ਆਪਾਂ ਨੂੰ ਪਤਾ ਗੁਰੂ ਸਾਹਿਬਾਨਾਂ ਦੀ ਬਾਣੀ ਵੀ, 5 ਗੁਰੂ ਸਾਹਿਬਾਨਾਂ ਦੀ ਬਾਣੀ ਵੀ ਆ ਚੁੱਕੀ ਹੈ। ਹੁਣ ਇਦੋਂ ਪਿੱਛੇ ਤਾਂ ਨਾਨਕ ਦਾ ਜਿਹੜੀ ਕੋਲਾ ਵੰਸ਼ ਕਹਿ ਲੋ ਵੇਦੀ, ਗੁਰੂ ਅੰਗਦ ਸਾਹਿਬ ਮਹਾਰਾਜ ਤ੍ਰਿਣ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਭੱਲੇ ਤੇ ਗੁਰੂ ਰਾਮਦਾਸ ਮਹਾਰਾਜ ਜੀ ਸੋਢੀ ਨੇ, ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਉਹ ਰਾਮਦਾਸ ਮਹਾਰਾਜ ਜੀ ਦੇ ਪੁੱਤਰ ਨੇ, ਸੋਢੀ ਉਹ ਨੇ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਵਿਰੋਧ ਕਰਨ ਵਾਲਾ ਕੌਣ ਆ? ਪਿਰਥੀ ਚੰਦ। ਹੁਣ ਪਿਰਥੀ ਵੀ ਸੋਢੀ ਆ। ਹੁਣ ਗੁਰੂ ਅਰਜਨ ਸਾਹਿਬ ਮਹਾਰਾਜ ਕੋਲੋਂ ਹੀ ਮਸੰਦ ਨੇ, ਮਸੰਦ ਮੀਨਜ ਪ੍ਰਚਾਰਕ, ਤੇ ਪਿਰਥੀ ਨੇ ਬਣਾ ਲਏ ਪ੍ਰਚਾਰਕ ਆਪਣੇ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਹਰਮੰਦਰ ਸਾਹਿਬ, ਤੇ ਇਧਰੋਂ ਪਿਰਥੀ ਨੇ ਆਪਣੇ ਸਹੁਰੇ ਪਿੰਡ ਖੇਹਰ ਦੇ ਵਿੱਚ ਉੱਥੇ ਹਰਮੰਦਰ ਸਾਹਿਬ ਸ਼ੁਰੂ ਕਰ ਦਿੱਤਾ। ਇੱਥੋਂ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੋੜ ਪੈਗੀ 71 ਕਰਨ ਦੀ ਬਾਣੀ। ਹੁਣ ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣੀ ਪਾਵਨ ਬਾਣੀ ਗੁਰੂ ਸਾਹਿਬਾਨਾਂ ਦੀ ਬਾਣੀ ਤੇ ਆਪਾਂ ਨੂੰ ਪਤਾ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ ਵਿੱਚ 1581 ਦੇ ਵਿੱਚ ਭੱਟ ਸਾਹਿਬਾਨ ਆ ਗਏ। 10 ਪਾਤਸ਼ਾਹ ਜੀ ਆਪਣੇ ਸਰੂਪ ਹੋਏ ਨੇ, ਉਹਨਾਂ ਦੇ ਵਿੱਚੋਂ 5 ਪਾਤਸ਼ਾਹੀਆਂ ਦੇ ਜਿਹੜੇ ਜੀਵਨ ਦੇ ਨਾਲ ਸੰਬੰਧਿਤ ਭੱਟਾਂ ਦੀ ਬਾਣੀ ਹੈ। ਇਹਨਾਂ ਟੋਟਲ ਸਾਰੇ ਭੱਟਾਂ ਦੀ 11 ਭੱਟਾਂ ਦੀ ਬਾਣੀ 123 ਸਵਈਏ ਨੇ। 123 ਦੇ ਵਿੱਚੋਂ ਆਪਾਂ ਥੋੜੇ ਜਿਹੇ ਵੰਡ ਕਰ ਲਓ, ਵੈਸੇ ਸਮਾਂ ਭਾਵੇਂ ਆਪਣਾ ਹੋ ਗਿਆ, ਮੈਂ ਅੱਗੇ ਸੰਖੇਪ ਕਰ ਦੇਵਾਂਗਾ। 10 ਗੁਰੂ ਨਾਨਕ ਸਾਹਿਬ ਦੇ ਸੰਬੰਧੀ, 10 ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਸੰਬੰਧੀ ਭੱਟਾਂ ਨੇ ਬਾਣੀ ਉਚਾਰਨ ਕੀਤੀ, ਆਪਣੀ ਸਵਈਏ ਉਚਾਰਨ ਕੀਤੇ ਨੇ, ਤੇ 22 ਗੁਰੂ ਅਮਰਦਾਸ ਮਹਾਰਾਜ ਸੰਬੰਧੀ ਤੇ 60 ਗੁਰੂ ਰਾਮਦਾਸ ਮਹਾਰਾਜ ਸੰਬੰਧੀ, ਟੋਟਲ ਹੋ ਗਏ 123 ਤੇ 21 ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸੰਬੰਧੀ। ਹੁਣ ਇੱਥੇ ਜਾ ਕੇ ਜਦੋਂ ਮਤਲਬ ਕਿ ਪਿੱਛੇ ਤੋਂ ਲੜੀ ਚੱਲਦੀ ਆਉਂਦੀ ਆ, ਬਾਣੀ ਇਕੱਤਰ ਹੋ ਗਈ, ਤੇ ਹੁਣ ਇੱਥੇ ਜਾ ਕੇ ਪਿਰਥੀ ਚੰਦ ਨੇ ਵਿਰੋਧਤਾ ਜਿਹੜੀ ਹੈ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸ਼ੁਰੂ ਕਰ ਦਿੱਤੀ। ਮਤਲਬ ਆਪਣੇ ਘਰ ਦੇ ਵਿੱਚ ਉਹੀ ਵਿਰੋਧਤਾ ਜਿਹੜੀ ਹੈ ਉਹ ਸ਼ੁਰੂ ਹੋ ਗਈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇੱਥੇ ਆਪਣੇ ਅੰਦਰ ਸੰਕਲਪ ਧਾਰਨ ਕੀਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਇਕੱਤਰ ਕਰਦੇ ਲਈ। ਹੁਣ ਪਿਰਥੀ ਨੇ ਆਪਣੇ ਪੁੱਤਰ ਮਿਹਰਵਾਨ ਨੂੰ ਕੀ ਕੀਤਾ? ਪ੍ਰੇਰਿਤ ਕੀਤਾ ਕੀ ਕਹਿੰਦਾ ਮੇਰੇ ਕੋਲੋਂ ਕਹਿੰਦਾ ਬਾਣੀ ਨਹੀਂ ਉਚਾਰਨ ਹੋਏਗੀ, ਬਾਕੀ ਸਾਰਾ ਕੁਝ ਕੰਮ ਮੈਂ ਬਰੋਬਰ ਦਾ ਕਰ ਲਿਆ, ਹਰਮੰਦਰ ਵੀ ਬਣ ਗਿਆ, ਮਸੰਦ ਵੀ ਮੇਰੇ ਕੋਲ ਨੇ, ਬਾਕੀ ਸਾਰਾ ਢਾਂਚਾ ਮੇਰਾ ਬਰੋਬਰ ਦਾ ਚੱਲੀ ਜਾਂਦਾ ਹੈਗਾ, ਕੋਈ ਸ਼ੱਕ ਨਹੀਂ, ਪਰ ਬਾਣੀ ਵਾਲੇ ਪੱਖ ਤੇ ਮੈਂ ਫੇਲ ਆਂਗਾ। ਹੁਣ ਮਿਹਰਬਾਨ ਨੇ ਬਾਣੀ ਉਚਾਰਨ ਕੀਤੀ, ਆਪਾਂ ਨੂੰ ਪਤਾ ਪਿਰਥੀ ਦੇ ਪੁੱਤਰ ਨੇ ਮਿਹਰ ਚੰਦ ਨੇ ਬਾਣੀ ਉਹਨੇ ਆਪਣੇ ਵੱਲੋਂ ਕਵਿਤਾਵਾਂ, ਤੇ ਅੱਗੋਂ ਉਹਨਾਂ ਦਾ ਪੁੱਤਰ ਹਰਜੀ ਆ, ਹਰਜੀ ਨੇ ਵੀ ਆਪਣੇ ਵੱਲੋਂ ਕਵਿਤਾਵਾਂ ਉਚਾਰਨ ਕੀਤੀਆਂ। ਹੁਣ ਹਰਜੀ ਨੇ ਤੇ ਮਿਹਰਬਾਨ ਨੇ ਇੱਥੇ ਮਹੱਲਾ 5ਵੇਂ ਤੋਂ ਬਾਅਦ ਮਹੱਲਾ 6ਵਾਂ ਤੇ ਮਹੱਲਾ 7ਵਾਂ ਸ਼ੁਰੂ ਕਰ ਦਿੱਤਾ। ਮਹੱਲਾ 6ਵਾਂ ਪਿਰਥੀ ਤੇ ਮਹੱਲਾ 7ਵਾਂ ਮਿਹਰਬਾਨ ਦੇ ਲਈ ਉਚਾਰਨ ਕਰ ਦਿੱਤਾ। ਅੱਗੇ ਇਹਨਾਂ ਦੇ ਘਰ ਵਿੱਚ ਹੀ ਹਰਜੀ ਦਾ ਪੁੱਤਰ ਹੁੰਦਾ ਕਵਲ ਨੈਣ, ਪਿਰਥੀ ਦਾ ਪੁੱਤਰ ਮਿਹਰਬਾਨ, ਮਿਹਰਬਾਨ ਦਾ ਪੁੱਤਰ ਹਰਜੀ, ਤੇ ਹਰਜੀ ਦਾ ਪੁੱਤਰ
ਕਵਲ ਨੈਣ ਸੀ ਉਹ ਨਲਾਇਕ ਨਿਕਲ ਗਿਆ। ਉਹਨੇ ਇਹਨਾਂ ਦੀ ਜਿਹੜੀਆਂ ਕਵਿਤਾਵਾਂ ਦੀ ਰਚਨਾ ਸੀ ਉਹਦੀ ਸੰਭਾਲ ਨਹੀਂ ਕੀਤੀ। ਚਲੋ ਇੱਕ ਅਲੱਗ ਵਿਸ਼ਾ ਗਾ। ਪਰ ਪਿਰਥੀ ਦਾ ਜਿਹੜਾ ਪੁੱਤਰ ਸੀ ਮਿਹਰਬਾਨ, ਉਹ ਕਾਫੀ ਭਾਸ਼ਾਵਾਂ ਦਾ ਗਿਆਤਾ ਸੀ, ਸਮਝਦਾਰ ਸੀ, ਪਾਰਸੀ, ਹਿੰਦਵੀ ਅਤੇ ਸੰਸਕ੍ਰਿਤੀ ਤੇ ਆਪਾਂ ਨੂੰ ਪਤਾ ਗੁਰਮੁਖੀ ਦਾ। ਹੁਣ ਇੱਥੇ ਗੁਰੂ ਸਾਹਿਬ ਜੀ ਨੇ ਹੁਣ ਆਪਣੇ ਵੱਲੋਂ ਗੁਰੂ ਕੀ ਪਾਵਨ ਬਾਣੀ ਨੂੰ ਇਕੱਤਰ ਕਰਨ ਦਾ ਸੰਕਲਪ ਆ ਜਿਹੜਾ ਉਹ ਧਾਰਨ ਕੀਤਾ। ਤੇ ਹੁਣ ਇੱਥੇ ਗੁਰੂ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਆਪਣੇ ਵੱਲੋਂ ਇੱਕ ਥਾਂ ਦੀ ਚੋਣ ਕੀਤੀ। ਉਹ ਥਾਂ ਕਿਹੜਾ ਗਾ? ਜਿਹੜਾ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਜਿੱਥੇ ਬੈਠ ਕੇ ਲਿਖਵਾਈ, ਰਾਮਸਰ ਸਰੋਵਰ ਦੇ ਕੰਢੇ ਤੇ। ਹੁਣ ਇਹ ਉਹ ਥਾਂ ਗਾ ਜਿੱਥੇ ਇੱਕ ਨਿਰਮਲ ਜਲ ਸੀ। ਉਸ ਵਕਤ ਇੱਥੇ ਦਰਖਤਾਂ ਦਾ ਬੜਾ ਵੱਡਾ ਝੁੰਡ ਸੀ ਤੇ ਉਹ ਝੁੰਡ ਦੇ ਵਿੱਚ ਕੀ ਸੀ? ਨਾ ਹੀ ਜ਼ਿਆਦਾ ਗਰਮੀ ਸੀ ਤੇ ਨਾ ਹੀ ਠੰਡ ਸੀ। ਹੁਣ ਜਿਹੜੀ ਬਾਣੀ ਦੀ ਰਚਨਾ ਦੀ ਲਿਖਣੀ ਆ ਉਹ ਇਹ ਨਹੀਂ ਹੈ ਵੀ ਜ਼ਿਆਦਾ ਠੰਡ 'ਚ ਲਿਖੀ ਜਾਊ। ਜ਼ਿਆਦਾ ਠੰਡ 'ਚ ਲਿਖਣੀ ਆ ਤਾਂ ਹੱਥ ਕੰਬਣਗੇ, ਲਿਖਾਈ ਸਾਫ਼ ਨਹੀਂ ਹੋਣੀ। ਜ਼ਿਆਦਾ ਗਰਮੀ 'ਚ ਲਿਖਣੀ ਆ ਤਾਂ ਹੱਥਾਂ ਨੂੰ ਮੁੜਕਾ ਆਊਗਾ ਤੇ ਪੇਜ ਖਰਾਬ ਹੋਣਗੇ। ਗੁਰੂ ਸਾਹਿਬ ਨੇ ਪੂਰੀ ਸੋਚ ਵਿਚਾਰ ਦੇ ਅਧੀਨ ਗੁਰਬਾਣੀ ਨੂੰ 1601 ਦੇ ਵਿੱਚ ਲਿਖਵਾਉਣੀ ਸ਼ੁਰੂ ਕਰ ਦਿੱਤੀ। ਇੱਕ ਮੈਂ ਬੱਚਿਆਂ ਦੇ ਹੋਰ ਧਿਆਨ ਵਿੱਚ ਲਿਖਾਵਾਂਗਾ, ਭਾਵੇਂ ਮੈਂ ਸਮਾਂ ਥੋੜਾ ਜਿਹਾ ਵੱਧ ਜ਼ਰੂਰ ਲੈ ਜਾਊਂਗਾ, ਮਾਫੀ ਚਾਹਾਂਗਾ। ਕਿਉਂਕਿ ਇੱਕ ਸਾਡੇ ਗੁਰੂ ਘਰਾਂ 'ਚ ਲੈ ਲਓ, ਜੇ ਸਾਡੇ ਘਰਾਂ ਦੇ ਵਿੱਚ ਲੈ ਲਓ, ਸੁਖਮਨਾ ਨਾਮ ਦੀ ਬਾਣੀ ਆ। ਲੜਾਈ ਬੜੀ ਹੁੰਦੀ ਹੈਗੀ, ਪਰ ਉਹ ਕਿਸ ਨੇ ਉਚਾਰਨ ਕੀਤਾ ਇਹ ਨਹੀਂ ਸਾਨੂੰ ਪਤਾ। ਉਚਾਰਨ ਕਿਹਨੇ ਕੀਤਾ ਇਹ ਨਹੀਂ ਪਤਾ। ਸੁਖਮਨੀ ਦੇ ਬਰੋਬਰ ਸੁਖਮਨਾ ਉਚਾਰਨ ਕੀਤਾ ਕਿਹਨੇ? ਪੁਜਾਰੀ ਨੇ। ਵੀ ਤੁਸੀਂ ਸੁਖਮਨੀ ਪੜ੍ਹਦੇ ਹੋ, ਮੈਂ ਸੁਖਮਨਾ ਦੇਵਾਂਗਾ। ਅੱਜ ਸਾਡੇ ਬਹੁਤੇ ਇਸੇ ਵਿਸ਼ੇ ਤੇ ਡਰੀ ਜਾਂਦੇ ਨੇ, ਕੋਈ ਕਹਿੰਦਾ ਸੁਖਮਨੀ ਪੜ੍ਹਨੀ ਹੈ, ਕੋਈ ਕਹਿੰਦਾ ਸੁਖਮਨਾ ਪੜ੍ਹਨਾ ਗਾ, ਪਰ ਉਚਾਰਨ ਕਿਹਨੇ ਕੀਤੇ ਸਮਝੋ। ਚਲੋ, ਕਹਿਣ ਤੋਂ ਭਾਵ ਗੁਰੂ ਸਾਹਿਬ ਜੀ ਨੇ ਇੱਥੇ ਆਪਣੇ ਵੱਲੋਂ ਸਤਿਗੁਰੂ ਪਾਤਸ਼ਾਹ ਜੀ ਨੇ ਰਾਮਸਰ ਸਰੋਵਰ ਦੇ ਕੰਢੇ ਤੇ ਬਾਣੀ ਹੈ ਜਿਹੜੀ ਉਹ ਲਿਖਵਾਉਣੀ ਸ਼ੁਰੂ ਕਰ ਦਿੱਤੀ। 1601 ਤੋਂ ਆਰੰਭ ਕਰਕੇ 1604 ਤੱਕ ਗੁਰਬਾਣੀ ਨੂੰ ਲਿਖਵਾਇਆ। ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਦਾ ਅੱਜ ਉਹ ਪਾਵਨ ਸਥਾਨ ਬਾਬਾ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਮਤਲਬ ਜਿਹੜਾ ਧਾਰਮਿਕ ਸਥਾਨ ਹੈ ਗੁਰਦੁਆਰਾ ਸਾਹਿਬ ਆ, ਉਹਦੀ ਕੰਧ ਨਾਲ ਮਤਲਬ ਸਾਂਝੀ ਕੰਧ ਹੈ, ਉਸ ਸਥਾਨ ਦੇ ਬਿਲਕੁਲ ਨਾਲ ਹੈ। ਹੁਣ ਗੁਰੂ ਸਾਹਿਬ ਜੀ ਨੇ ਜਦੋਂ ਰਾਮਸਰ ਸਰੋਵਰ ਦੇ ਕੰਢੇ ਤੇ ਗੁਰਬਾਣੀ ਨੂੰ ਆਪਣੇ ਵੱਲੋਂ ਲਿਖਵਾ ਲਿਆ ਤੇ ਲਿਖਣ ਵੇਲੇ ਗੁਰੂ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਦੀ ਡਿਊਟੀ ਲਾਈ। ਤੇ ਭਾਈ ਗੁਰਦਾਸ ਜੀ ਬੜੇ ਸੋਹਣੇ ਢੰਗ ਦੇ ਨਾਲ ਗੁਰਬਾਣੀ ਨੂੰ ਲਿਖਦੇ ਨੇ। ਤੇ ਸਿਆਹੀ ਤਿਆਰ ਕਰਨ ਤੇ ਮੈਂ ਸੰਖੇਪ ਟੂਕ ਦੇ ਰਹਾਂਗਾ, ਟਾਈਮ ਆਪਣਾ ਹੋ ਚੁੱਕਿਆ ਗਾ। ਸਿਆਹੀ ਤਿਆਰ ਕਰਨ ਤੇ ਭਾਈ ਬੰਨੋ ਜੀ ਦੀ ਆਪਾਂ ਨੂੰ ਪਤਾ ਡਿਊਟੀ ਲੱਗੀ ਹੋਈ ਆ। ਉਹਨੇ ਕਲਮਾਂ ਵੀ ਤਿਆਰ ਕਰਨੀਆਂ ਤੇ ਸਿਆਹੀ ਵੀ ਤਿਆਰ ਕਰਨੀ ਆ। ਸਿਆਹੀ ਤਿਆਰ ਕਰਨ ਦੀ ਵਿਧੀ ਪੁਰਾਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦੇ ਪਿੱਛੇ ਲਿਖੀ ਹੁੰਦੀ ਸੀ। ਵੈਸੇ ਮੈਂ ਪੜ੍ਹਿਆ, ਵੇਖੇ ਨਹੀਂ, ਦਰਸ਼ਨ ਨਹੀਂ ਕੀਤੇ ਗਏ। ਉਹਨਾਂ ਦੇ ਪਿੱਛੇ ਵਿਧੀ ਲਿਖੀ ਹੁੰਦੀ। ਕਈ ਵਾਰ ਕੋਈ ਅੰਗ ਫਟ ਜੇ, ਖਰਾਬ ਹੋ ਜੇ ਤਾਂ ਉਹ ਵਿਧੀ ਸਿਆਹੀ ਦੇ ਪਿੱਛੋਂ ਲੱਭ ਕੇ ਉਵੇਂ ਜਿਵੇਂ ਆਪਾਂ ਸਿਆਹੀ ਤਿਆਰ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੀ ਆਨਸਰ ਨੇ, ਅੱਖਰ ਨੇ, ਉਹ ਸ਼ਬਦ ਨੂੰ ਉਚਾਰ ਦੁਬਾਰਾ ਕਰ ਸਕਦੇ ਹਾਂ ਜਾਂ ਕਰਵਾ ਸਕਦੇ ਹਾਂ। ਸੇਮ ਬਿਲਕੁਲ ਉਹ 'ਚ ਰਲਗੜ ਨਹੀਂ ਕਰਨਾ ਗਾ। ਪਰ ਸਾਡੀ ਕੌਮ ਨੂੰ ਪਤਾ ਨਹੀਂ ਲੱਗਿਆ, ਸਾਡੀ ਕੌਮ ਦੇ ਵਾਰਸ ਸੁੱਤੇ ਹੋਣ ਕਰਕੇ ਬਾਣੀ ਵਿੱਚ ਕਿਵੇਂ ਰਲਗੱਡ ਪੈਂਦਾ ਇਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ। ਕਿ ਇੱਕ ਦਿਨ ਸਮਾਂ ਆਇਆ ਸੀ, ਅਦਕ ਪਾਤੇ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹ ਪਿੱਛੇ ਵਿਚਾਰ ਆ ਗਈ, ਚਲੋ ਆਪਣਾ ਅਲੱਗ ਵਿਸ਼ਾ ਗਾ। ਤੇ ਪਰ ਠੀਕ ਆ ਵੀ ਕੁਝ ਨਾ ਕੁਝ ਉੱਥੇ ਰੌਲਾ ਪਿਆ ਤੇ ਦੁਬਾਰਾ ਉਹ ਬੀੜਾਂ ਦੀ ਜਿਹੜੀ ਸੁਧਾਈ ਹੈ ਉਹ ਕੀਤੀ ਗਈ। ਹੁਣ ਇੱਥੇ ਆਪਾਂ ਨੂੰ ਪਤਾ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੀ ਲਿਖਵਾਈ ਭਾਈ ਗੁਰਦਾਸ ਤੋਂ, ਭਾਈ ਵੰਨੋ ਜੀ ਵਰਗੇ ਹੋਰ ਗੁਰੂ ਦੇ ਪਿਆਰੇ ਗੁਰਸਿੱਖਾਂ ਨੇ ਸਾਰਿਆਂ ਨੇ ਰਲ ਮਿਲ ਕੇ ਆਪਣਾ ਹਿੱਸਾ ਪਾਇਆ। ਹੁਣ ਜਦੋਂ ਇਸ ਟਾਈਮ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 1601 ਤੋਂ ਲੈ ਕੇ 4 ਤੱਕ ਇਹ ਪੂਰੀ ਦੀ ਪੂਰੀ ਬਾਣੀ ਹੈ ਜਿਹੜੀ 30 ਰਾਗਾਂ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਛੱਡ ਕੇ ਲਿਖਵਾਈ ਗਈ। ਉਹ ਬਾਅਦ ਵਿੱਚ ਬਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਿਖਵਾਈ ਹੈ। ਹੁਣ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਲਿਖਵਾਉਣ ਤੋਂ ਬਾਅਦ ਅੱਜ ਸਤਿਗੁਰੂ ਪਾਤਸ਼ਾਹ ਜੀ ਨੇ ਕੰਮ ਗੁਰਬਾਣੀ ਲਿਖਵਾਉਣ ਦਾ ਸੰਪੂਰਨ ਕਰ ਦਿੱਤਾ। ਉਹ ਕਿੰਨੀ ਡੇਟ ਸੀ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਪੂਰਨ ਤੌਰ ਤੇ 30 ਰਾਗਾਂ ਦੇ ਵਿੱਚ ਬਾਣੀ ਦੀ ਲਿਖਵਾਈ ਕਿੰਨੇ ਟਾਈਮ ਦੇ ਵਿੱਚ ਕੀਤੀ? ਉਹ 30 ਅਗਸਤ ਤੱਕ ਸੰਪੂਰਨ ਹੋਈ ਸੀ। ਮਾਫ ਕਰਨਾ, 15 ਅਗਸਤ ਤੱਕ। 15 ਅਗਸਤ ਨੂੰ ਪੂਰੀ ਬਾਣੀ, ਤੇ ਜਿਹੜੇ ਸਨ 'ਚ 15 ਦਿਨ ਰਹਿ ਗਏ, ਇਹਨਾਂ 15 ਦਿਨਾਂ ਦੇ ਵਿੱਚ ਗੁਰੂ ਸਾਹਿਬ ਨੇ ਤਤਕਰਾ ਲਿਖਵਾਇਆ। ਤਤਕਰਾ 2 ਰੂਪਾਂ ਦੇ ਵਿੱਚ ਲਿਖਿਆ ਗਿਆ ਹੈਗਾ। ਹੁਣ ਸਤਿਗੁਰੂ ਪਾਤਸ਼ਾਹ ਨੇ 15 ਦਿਨਾਂ ਵਿੱਚ ਤਤਕਰਾ ਲਿਖਵਾਇਆ ਤੇ ਜਦੋਂ ਮਤਲਬ ਕਿ 30 ਅਗਸਤ ਨੂੰ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਛਪ ਚੁੱਕੀ ਹੈ, ਲਿਖਾਈ ਜਾ ਚੁੱਕੀ ਹੈ, ਸੰਪੂਰਨਤਾ ਹੋ ਚੁੱਕੀ ਹੈ, ਫਿਰ 1 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਰਬਾਰ ਸਾਹਿਬ ਦੇ ਵਿੱਚ ਕਰਨਾ ਹੈ। ਵੈਸੇ ਇੱਥੇ ਕਾਫੀ ਵਿਚਾਰ ਹੈ, ਆਪਣਾ ਟਾਈਮ ਹੋ ਗਿਆ। ਵਾਹਿਗੁਰੂ ਭਲਾ ਕਰੇ, ਕਦੇ ਫਿਰ ਵਿਚਾਰ ਕਰਾਂਗੇ। ਹੁਣ ਬਾਬਾ ਬੁੱਢਾ ਜੀ ਨੂੰ
ਚੁਣਿਆ ਗਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ 30 ਰਾਗਾਂ ਵਾਲੀ ਬੀੜ ਦਾ ਜਿਹੜਾ ਭਾਵ ਸਵਰੂਪ ਹੈ ਉਹ ਬਾਬਾ ਬੁੱਢਾ ਜੀ ਦੇ ਸਿਰ ਉੱਪਰ ਰੱਖਿਆ ਗਿਆ ਤੇ ਗੁਰੂ ਸਾਹਿਬ ਜੀ ਨੇ ਸਾਰੀ ਸੰਗਤ ਨੂੰ ਦਰਬਾਰ ਸਾਹਿਬ ਦੇ ਵਿੱਚ ਰੋਕਿਆ ਹੋਇਆ ਵੀ ਅੱਜ ਇੱਥੇ ਪਹਿਲਾ ਪ੍ਰਕਾਸ਼ ਹੋਣਾ। ਜਿਵੇਂ ਹੁਣ ਅੱਜ ਪਹਿਲੇ ਪ੍ਰਕਾਸ਼ ਦੇ ਦਿਨ ਦੇ ਸੰਬੰਧੀ ਕਿੰਨੀ ਗੁਰੂ ਪਾਤਸ਼ਾਹ ਜੀ ਦੀ ਜਿਹੜੀ ਘਰ ਦੀ ਰੌਣਕ ਹੈ ਉਹ ਕਿੰਨੀ ਮਤਲਬ ਕਿ ਆਪਾਂ ਵੇਖਣ ਨੂੰ ਮਿਲਦੀ ਹੈ। ਇਸ ਤਰ੍ਹਾਂ ਗੁਰੂ ਪਾਤਸ਼ਾਹ ਦੇ ਦਰਬਾਰ ਵਿੱਚ ਪੂਰੀ ਰੌਣਕ ਲੱਗੀ ਹੋਈ ਆ ਤੇ ਬਾਬਾ ਬੁੱਢਾ ਜੀ ਦੇ ਸਿਰ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਵਰੂਪ ਹੈ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਬਾਬਾ ਬੁੱਢਾ ਜੀ ਚਲੋ ਅੱਗੇ ਚਲੋ। ਤੁਸੀਂ ਜਦੋਂ ਇਹ ਗੱਲ ਕਹੀ ਆ ਨਾ ਤੇ ਉਸ ਟਾਈਮ ਤੇ ਬਾਬਾ ਬੁੱਢਾ ਜੀ ਨੇ ਕਿਹਾ ਸੱਚੇ ਪਾਤਸ਼ਾਹ ਮੈਂ ਅੱਗੇ ਨਹੀਂ ਤੁਰਨਾ। ਕਿਉਂ ਨਹੀਂ ਤੁਰਨਾ? ਇਸ ਕਰਕੇ ਕਿਉਂਕਿ ਅੱਜ ਤੱਕ ਮੈਂ ਤੁਹਾਡੇ ਅੱਗੇ ਨਹੀਂ ਤੁਰਿਆ, ਮੈਂ ਤੁਹਾਡੇ ਪਿੱਛੇ ਰਹਾਂਗਾ। ਤੇ ਪਰ ਸਾਡੀ ਇਸ ਮਾਫ ਕਰਨਾ ਗੁਰੂ ਦੇ ਘਰਾਂ ਵਿੱਚ ਲੜਾਈ ਅੱਗੇ ਤੁਰਨ ਦੀ ਆ ਵੀ ਮੈਂ ਅੱਗੇ ਲੱਗਾ, ਭਾਵੇਂ ਆਉਂਦਾ ਮੈਨੂੰ ਧੇਲਾ ਨਹੀਂ ਡੱਕਾ ਨਹੀਂ, ਮੈਨੂੰ ਸਮਝਦਾਰੀ ਹੈ ਕਿਸੇ ਦੀ। ਪਰ ਵਾਹਿਗੁਰੂ ਕਿਰਪਾ ਕਰੇ ਜੀ ਨੇ ਜਵਾਬ ਕੀ ਦਿੱਤਾ, ਕਹਿੰਦੇ ਅੱਜ ਬਾਬਾ ਬੁੱਢਾ ਜੀ ਤੁਹਾਡੇ ਗੁਰੂ ਭਾਵੇਂ ਸਰੀਰ ਕਰਕੇ ਪਿੱਛੇ ਆ ਪਰ ਜਿਹੜਾ ਸ਼ਬਦ ਗੁਰੂ ਆ ਨਾ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਉਹ ਤੁਹਾਡੇ ਸਿਰ ਦੇ ਉੱਪਰ ਹੈ। ਅੱਜ ਤੁਸੀਂ ਅੱਗੇ ਤੁਰੋ ਤੇ ਮੈਂ ਤੁਹਾਡੇ ਪਿੱਛੇ ਤੁਰਾਂਗਾ, ਮੈਂ ਤੁਹਾਡੇ ਪਿਛਲੇ ਬੰਨੇ ਚੱਲਾਂਗਾ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 30 ਰਾਗਾਂ ਵਾਲੀ ਪਾਵਨ ਬੀੜ ਰਾਮਸਰ ਸਰੋਵਰ ਦੇ ਕੰਢੇ ਤੋਂ ਭਾਵ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਹਰਿਮੰਦਰ ਸਾਹਿਬ ਦੇ ਵਿੱਚ ਲਿਆਂਦੀ ਗਈ। ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਤਸ਼ਾਹ ਜੀ ਨੇ ਪ੍ਰਕਾਸ਼ਵਾਨ ਜਿਹੜੇ ਸੇਵਾਦਾਰ ਨੇ ਉਹ ਕੌਣ ਥਾਪੇ ਨੇ, ਕਿਹਨਾਂ ਨੂੰ ਨਿਯੁਕਤ ਕੀਤਾਗਾ? ਉਹ ਕੀਤਾਗਾ ਬਾਬਾ ਬੁੱਢਾ ਜੀ ਨੂੰ। ਤੇ ਬਾਬਾ ਬੁੱਢਾ ਜੀ ਦੀ ਉਸ ਟਾਈਮ ਤੇ 98 ਸਾਲ ਦੀ ਉਮਰ ਆ। ਤੇ ਹੁਣ ਚੇਤਾ ਰੱਖਿਓ ਅੱਜ ਸਾਡੇ ਥੋੜੀ ਜਿਹੀ ਵਡੇਪੇ ਵਾਲੀ ਅਵਸਥਾ ਦੇ ਵਿੱਚ ਪ੍ਰਮਾਤਮਾ ਨੂੰ ਯਾਦ ਕਰਨ ਨੂੰ ਲੋਕ ਹਟ ਜਾਂਦੇ ਨੇ। ਕਿੱਥੇ ਚੱਲ ਜਾਂਦੇ ਨੇ ਪਿਆਰੇ ਬੱਚਿਓ? ਸੱਥਾਂ ਵਿੱਚ ਤਾਂਸ ਖੇਡਣ ਚੱਲ ਜਾਂਦੇ ਨੇ। ਤਾਂਸ ਤੇ ਕਦੇ ਆਪਾਂ ਫਿਰ ਵਿਸ਼ਾ ਲਵਾਂਗੇ, ਪਰ ਉਹ ਤਾਂਸ ਦੇ ਵਿੱਚ ਕੀ ਆ? ਨਕੰਮੀਆਂ ਗੇਮਾਂ। ਪਰ ਸਾਡਾ ਵਡੇਪਾ ਅੱਜ ਸੱਥਾਂ ਦੇ ਵਿੱਚ ਤਾਂਸ ਤੇ ਰੁਲਿਆ ਜਾ ਰਿਹਾ ਹੈਗਾ। ਪਰ ਬਾਬਾ ਬੁੱਢਾ ਜੀ ਨੂੰ ਬੁੱਢੇ ਹੋਣ ਵੇਲੇ ਗੁਰੂ ਘਰ ਦੇ ਹੈਡ ਗ੍ਰੰਥੀ ਥਾਪਿਆ ਤੇ ਕਿੱਡੀ ਵੱਡੀ ਬਖਸ਼ਿਸ਼ ਹੋਈ ਆ। ਤੇ ਇੱਕ ਇਸ਼ਾਰਾ ਕੀ ਮਿਲਦਾ ਸਾਨੂੰ, ਸੇਧ ਕੀ ਮਿਲਦੀ ਆ ਵੀ ਆਪਣਾ ਵਡੇਪਾ ਗੁਰੂ ਨਾਲ ਜੋੜ ਕੇ ਬਤੀਤ ਕਰੀ। ਤੇ ਗੁਰੂ ਨਾਨਕ ਸਾਹਿਬ ਦੀ ਇਹ ਤਰਤੀਬ ਬਣਾਈ ਆ। ਤੁਹਾਡਾ ਧਿਆਨ ਕਿੱਥੇ ਗਿਆ ਹੋਊਗਾ? ਕਰਤਾਰਪੁਰ ਸਾਹਿਬ ਧਰਤੀ ਤੇ ਗਿਆ ਹੋਊ। ਗੁਰੂ ਨਾਨਕ ਸਾਹਿਬ ਨੇ ਜਵਾਨੀ ਵਿੱਚ ਸੱਚ ਦਾ ਪ੍ਰਚਾਰ ਭੱਜ ਭੱਜ ਕੇ ਕੀਤਾ ਤੇ ਅੰਤਲੇ ਸਵਾਸਾਂ ਤੇ ਬੁੱਢੇ ਹੋਣ ਤੇ ਕਰਤਾਰਪੁਰ ਸਾਹਿਬ ਖੇਤੀ ਕੀਤੀ, ਭਾਵ ਕੰਮ ਦੇ ਵਿੱਚ ਆਪਣੇ ਆਪ ਨੂੰ ਲਾਇਆ। ਮੰਜੀ ਬੈਠ ਕੀਆ ਉਤਾਰਾ, ਮੰਜੀ ਤੇ ਬੈਠ ਕੇ ਸੱਚ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ। ਉੱਥੋਂ ਸੇਧ ਲੈ ਕੇ ਹੁਣ ਬਾਬਾ ਬੁੱਢਾ ਜੀ ਤੇ ਗੱਲ ਪਹੁੰਚ ਗਈ। ਤੇ ਬਾਬਾ ਬੁੱਢਾ ਜੀ ਤੇ ਗੱਲ ਕਿਵੇਂ ਆ? ਤੇ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਵਰੂਪ ਦੇ ਪਹਿਲੇ ਹੈਡ ਗ੍ਰੰਥੀ ਦਰਬਾਰ ਸਾਹਿਬ ਦੇ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ, ਨਿਯੁਕਤ ਕੀਤਾ ਗਿਆ। ਇੱਥੇ ਹੁਣ ਸਾਡੇ ਸਮਾਜ ਦੇ ਵਿੱਚ ਸਾਡੇ ਦਿਮਾਗ ਦੇ ਵਿੱਚ ਇੱਕ ਸਵਾਲ ਬਣੂਗਾ ਵੀ ਬਾਬਾ ਬੁੱਢਾ ਜੀ ਨੂੰ ਕਿਉਂ ਥਾਪਿਆ ਗਿਆ? ਭਾਈ ਗੁਰਦਾਸ ਜੀ ਨੂੰ ਥਾਪ ਦਿੰਦੇ, ਉਹ ਲਿਖਾਰੀ ਨੇ, ਉਹਨਾਂ ਨੂੰ ਗ੍ਰੰਥੀ ਬਣਾਉਣ ਦੇ ਨਹੀਂ। ਇੱਥੇ ਸੇਧ ਦਿੱਤੀ ਆ, ਦੋ ਸਰੀਰ ਇਕੱਤਰ ਕੀਤੇ, ਇੱਕ ਜਵਾਨ ਇੱਕ ਬੁੱਢਾ। ਹੁਣ ਦੋਨਾਂ ਦੇ ਸਰੀਰਾਂ ਦੇ ਵਿੱਚੋਂ ਸੇਧ ਲੈਣੀ ਆ ਆਪਾਂ। ਸੇਧ ਵਿੱਚੋਂ ਕੀ ਲੈਣੀ ਆ? ਪੁੱਤਰ ਜੀ ਬਾਣੀ ਪੜ੍ਹਨ ਸਮੇਂ, ਬਾਣੀ ਨੂੰ ਵਿਚਾਰਨ ਸਮੇਂ ਤੇਰੀ ਅੱਖ ਤੇਰੀ ਸੋਚ ਭਾਈ ਗੁਰਦਾਸ ਵਰਗੀ ਹੋਣੀ ਚਾਹੀਦੀ ਆ। ਤੇ ਕਈ ਵਾਰ ਲਿਖਾਉਂਦੇ ਨਾ ਗੁਰੂ ਅਰਜਨ ਸਾਹਿਬ ਬਾਣੀ ਗਲਤ ਬੋਲ ਦਿੰਦੇ ਸੀ ਤੇ ਭਾਈ ਗੁਰਦਾਸ ਜੀ ਨਾਲ ਦੀ ਨਾਲ ਕਲਮ ਰੋਕ ਲੈਂਦੇ ਸੀ, ਨਹੀਂ ਪਾਤਸ਼ਾਹ ਤੇਰੇ ਬੋਲ ਨਹੀਂ ਕਿਸੇ ਹੋਰ ਦੇ ਬੋਲ ਨੇ। ਇੰਨੀ ਵਿਚਾਰ ਤੇ ਤੀਖਣ ਬੁੱਧੀ ਹੋਣੀ ਚਾਹੀਦੀ ਆ। ਤੇ ਜਦੋਂ ਗੁਰਬਾਣੀ ਨੂੰ ਲੋਕਾਂ ਨੂੰ ਸੁਣਾਉਣਾ, ਸੰਗਤ ਨੂੰ ਸੁਣਾਉਣਾ ਨਾ, ਸਮਾਜ ਦੇ ਵਿੱਚ ਵੰਡ ਕਰਨੀ ਆ, ਤੇ ਉਦੋਂ ਤੇਰੇ ਅੰਦਰ ਪਿਆਰ ਬਾਬਾ ਬੁੱਢਾ ਜੀ ਵਾਲਾ ਹੋਣਾ ਚਾਹੀਦਾ। ਤੇਰੇ ਅੰਦਰ ਇੰਨੀ ਸ਼ਰਧਾ ਤੇ ਇੰਨਾ ਵਡੱਪਣ, ਏਡੀ ਵੱਡੀ ਤੇਰੀ ਅੰਦਰੋਂ ਸ਼ੁੱਧ ਭਾਵਨਾ ਹੋਣੀ ਚਾਹੀਦੀ ਆ ਬਾਬਾ ਬੁੱਢਾ ਜੀ ਵਰਗੀ। ਕਿਉਂ? ਬਾਬਾ ਬੁੱਢਾ ਜੀ ਬਾਹਰੋਂ ਚਿੱਟੇ ਦਾੜੇ ਵਾਲੇ ਆ ਨਾ, ਤੇ ਅੱਜ ਚਿੱਟੀ ਦਾੜੀ ਤੇ ਸਾਨੂੰ ਸੰਗ ਲੱਗਦੀ ਹੈ ਵੀ ਇਹਨੂੰ ਕਾਲਾ ਕਰ ਲਓ। ਬਹੁਤ ਵੀਰ ਨੇ ਜਿਹੜੇ ਕਾਲਾ ਰੰਗ ਕਰਕੇ ਰੱਖਦੇ ਨੇ। ਚਲੋ ਵਾਹਿਗੁਰੂ ਭਲੀ ਕਰੇ। ਹੁਣ ਬਾਬਾ ਬੁੱਢਾ ਜੀ ਬਾਹਰੋਂ ਚਿੱਟੇ ਨੇ, ਕੇਸ ਕਰਕੇ ਵੀ, ਉਮਰ ਕਰਕੇ ਵੀ, ਤਜਰਬੇ ਕਰਕੇ ਵੀ, ਤੇ ਅੰਦਰੋਂ ਵੀ ਚਿੱਟੇ ਨੇ। ਜਿਸ ਪਾਤਸ਼ਾਹ ਬਾਬਾ ਗੁਰੂ ਨਾਨਕ ਸਾਹਿਬ ਜੀ ਦਰ ਤੋਂ ਲੈ ਕੇ ਬਾਬਾ ਬੁੱਢਾ ਜੀ ਨੇ ਕਿੰਨੇ ਪਾਤਸ਼ਾਹਾਂ ਦੇ ਦਰਸ਼ਨ ਕੀਤੇ, ਕਿੰਨੇ ਪਾਤਸ਼ਾਹਾਂ ਦੇ ਨਾਲ ਮਿਲ ਕੇ ਆਪਣੀ ਸੇਵਾ ਕੀਤੀ ਆ। ਉਹ ਅੰਦਰੋਂ ਵੀ ਚਿੱਟੇ, ਬਾਹਰੋਂ ਵੀ ਚਿੱਟੇ। ਇੰਨੀ ਸ਼ਰਧਾ, ਇੰਨਾ ਪਿਆਰ, ਇੰਨੀ ਭਾਵਨਾ ਵੀ ਤੇਰੇ ਅੰਦਰ ਬਾਬਾ ਬੁੱਢਾ ਜੀ ਵਰਗੀ ਹੋਣੀ ਚਾਹੀਦੀ ਆ। ਸੋ ਇਹ ਦੋ ਸਰੀਰਾਂ ਤੋਂ ਸਾਨੂੰ ਸੇਧ ਮਿਲਦੀ ਹੈ। ਸੋ ਪਿਆਰੇ ਬੱਚਿਓ, ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਾਬਾ ਬੁੱਢਾ ਜੀ ਨੇ ਆਪ ਆਪਣੇ ਹੱਥਾਂ ਦੇ ਨਾਲ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਨਿਗਾਹ ਵਿੱਚ ਕੀਤਾ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਨੂੰ ਹੈਡ ਗ੍ਰੰਥੀ ਥਾਪ ਕੇ ਤੇ ਅੱਗੇ ਭਲਾਈ ਦੇ ਕਾਰਜ ਨੇ ਜਿਹੜੇ ਉਹ ਸ਼ੁਰੂ ਕਰਵਾਏ। ਤੇ ਨਾਲ ਨਾਲ ਜਿਹੜਾ ਸਭ ਤੋਂ ਵੱਡਾ ਕਾਰਜ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਭਾਵ ਸੰਪੂਰਨ 30 ਰਾਗਾਂ ਵਿੱਚ ਲਿਖਵਾ ਕੇ ਭੱਟ, ਭਗਤ ਤੇ ਗੁਰੂ ਸਾਹਿਬਾਨਾਂ ਦੀ ਬਾਣੀ ਇਕੱਤਰ ਕਰਕੇ ਦਰਬਾਰ ਸਾਹਿਬ ਦੇ ਵਿੱਚ ਪ੍ਰਕਾਸ਼ ਕੀਤਾ ਗਿਆ। ਸੋ ਵਾਹਿਗੁਰੂ ਭਲਾ ਕਰੇ। ਸੋ
ਜਿਹੜਾ ਇਹ ਵਿਚਾਰ ਹੈ ਪਹਿਲੇ ਪ੍ਰਕਾਸ਼ ਦੇ ਸੰਬੰਧ ਵਿੱਚ, ਤੇ ਅੱਜ ਆਪਣੇ ਬੱਚੇ ਇੱਕ ਸਵਾਲ ਕਰਨਗੇ ਵੀ ਅੱਜ ਸਾਡੇ ਦਰਬਾਰ ਸਾਹਿਬ ਵਿੱਚ ਕਿਉਂ ਮਨਾਇਆ ਗਿਆ। ਮੈਂ ਇਸ ਵਿਸ਼ੇ ਤੇ ਬੋਲਣਾ ਨਹੀਂ ਚਾਹਾਂਗਾ, ਸੋ ਮੈਨੂੰ ਮਾਫ ਕਰਨਾ, ਕਿਉਂਕਿ ਜੇ ਸੰਗਤ ਦੀ ਸਾਂਝੀ ਸਟੇਜ ਹੋਵੇ ਨਾ, ਕੋਈ ਗੱਲ ਨਹੀਂ, ਆਪਾਂ ਬੋਲ ਦਾਂਗੇ, ਵਾਹਿਗੁਰੂ ਭਲੀ ਕਰੇ, ਪਰ ਇੱਥੇ ਬੱਚਿਓ ਤੁਹਾਡਾ ਜਿਹੜਾ ਧਿਆਨ ਹੈਗਾ ਉਹ ਸਾਰਿਆਂ ਦਾ ਗੁਰੂ ਗ੍ਰੰਥ ਸਾਹਿਬ ਜੀ ਤੇ ਬਸ ਹੋਣਾ ਚਾਹੀਦਾ। ਮਾਫ ਕਰਨਾ, ਮੈਂ ਇਹ ਕਹਾਂਗਾ ਵੀ ਆਪਾਂ ਡੇਟਾਂ ਵਿੱਚੋਂ ਪਾਸੇ ਹੋ ਕੇ ਬਸ ਆਪਾਂ ਗੁਰੂ ਸਾਹਿਬ ਦੇ ਸਿਧਾਂਤ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੀਏ। ਸੋ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ, ਸਾਰੇ ਬੱਚਿਆਂ ਨੂੰ, ਬੱਚਿਆਂ ਦੇ ਮਾਪਿਆਂ ਨੂੰ, ਮੇਰੇ ਸਾਰੇ ਵੈਸੀ ਭਰਾਵਾਂ ਨੂੰ, ਦਫ਼ਤਰ ਦੇ ਸਾਰੇ ਸੇਵਾਦਾਰਾਂ ਨੂੰ ਲੱਖ ਲੱਖ ਵਧਾਈ ਹੋਵੇ। ਗੁਰੂ ਪਾਤਸ਼ਾਹ ਜੀ ਦੀ ਪਾਵਨ ਇਹ ਪ੍ਰਕਾਸ਼ ਸੰਬੰਧੀ ਵਿਚਾਰ ਕਰਦੇ ਆ, ਗਲਤੀਆਂ ਰਹਿ ਜਾਂਦੀਆਂ ਨੇ ਸੰਗਤ ਤੇ ਸਾਰੇ ਬੱਚੇ ਗੁਰੂ ਬਖਸ਼ਣਯੋਗ ਹੈ। ਸਭ ਦਾ ਧੰਨਵਾਦ। ਐਜੂਕੇਟ ਪੰਜਾਬ ਪ੍ਰੋਜੈਕਟ ਦਾ ਧੰਨਵਾਦ। ਸੋ ਗੁਰੂ ਪਾਤਸ਼ਾਹ ਕਿਰਪਾ ਕਰਨ, ਇਸੇ ਤਰ੍ਹਾਂ ਸਾਨੂੰ ਗੁਰਮਤਿ ਨਾਲ ਜੋੜੀ ਰੱਖਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਜੀ। ਫਤਿਹ। ਬਹੁਤ ਧੰਨਵਾਦ ਵੀਰ ਜੀ ਦਾ। ਵੀਰ ਜੀ ਨੇ ਬੜੇ ਹੀ ਪ੍ਰੇਮ ਦੇ ਨਾਲ ਸਾਨੂੰ ਅੱਜ ਇਤਿਹਾਸ ਤੋਂ ਜਾਣੂ ਕਰਵਾਇਆ ਸਾਰਿਆਂ ਨੂੰ। ਸੋ ਮੈਂ ਵੀ ਇੱਕ ਤੋਂ ਐਡ ਕਰਨੀ ਚਾਹਾਂਗੀ ਵਿੱਚ ਕਿ ਇੱਕ ਤਾਂ ਕੁਝ ਬੱਚਿਆਂ ਨੇ ਤੁਸੀਂ ਪੜ੍ਹਿਆ ਹੋਣਾ ਕਿ ਬਹੁਤ ਸਾਰੇ ਵਿਆਹ ਦੇ ਕਾਰਡ ਹੁੰਦੇ, ਉਹਦੇ ਉੱਪਰ ਲਿਖਿਆ ਹੁੰਦਾ ਸਤਿਗੁਰ ਦਾਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ, ਏਦਾਂ ਦਾ ਲਿਖਿਆ ਹੁੰਦਾ ਨਾ ਜੀ ਸਾਰਾ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਹੀਂ ਹੈ। ਔਰ ਇੱਕ ਤੁਸੀਂ ਦੇਖਿਆ ਹੋਣਾ ਬੜੇ WhatsApp ਤੇ ਵੀ ਮੈਸੇजेस ਆਉਂਦੇ ਆ, ਨਾਨਕ ਨੀਵਾ ਜੋ ਚੱਲੈ ਲੱਗਿਆ ਨਾ ਤੱਤੀ ਵਾਓ, ਬਹੁਤ ਲੋਕੀ ਫਾਰਵਰਡ ਕਰਦੇ ਨੇ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਨਹੀਂ ਹੈ। ਇਸੇ ਕਰਕੇ ਇਹਨੂੰ ਕਹਿੰਦੇ ਕੱਚੀ ਬਾਣੀ। ਤੁਸੀਂ ਜਦੋਂ ਆਨੰਦ ਸਾਹਿਬ ਦਾ ਪਾਠ ਕਰਦੇ ਹੋ ਉਹਦੇ ਵਿੱਚ ਆਉਂਦਾ ਨਾ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਕਿ ਗੁਰੂ ਦੀ ਜੋ ਦਿੱਤੀ ਹੋਈ ਸਾਨੂੰ ਗੁਰਬਾਣੀ ਹੈ, ਉਸ ਤੋਂ ਇਲਾਵਾ ਅਗਰ ਕੋਈ ਵੀ ਆਪਣੇ ਵੱਲੋਂ ਕੁਝ ਵੀ ਉਚਾਰਦਾ ਤਾਂ ਉਹ ਕੱਚੀ ਬਾਣੀ ਹੈ, ਉਹ ਸੱਚੀ ਬਾਣੀ ਨਹੀਂ ਹੈ। ਸੋ ਉਸ ਕੱਚੀ ਬਾਣੀ ਤੋਂ ਬਚਾਉਣ ਦੇ ਲਈ, ਉਸ ਰਲਾਤ ਤੋਂ ਬਚਾਉਣ ਦੇ ਲਈ ਗੁਰੂ ਜੀ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਇਸ ਸਰੂਪ ਦਾ ਪ੍ਰਕਾਸ਼ ਕੀਤਾ ਸੀ। ਔਰ ਉਸ ਤੋਂ ਬਾਅਦ ਇਹਦਾ ਜਿਹੜਾ ਲੌਕ ਸਿਸਟਮ ਬਣਾਇਆ, ਇਹਦੇ ਬਾਰੇ ਤੁਹਾਨੂੰ ਪਹਿਲਾਂ ਵੀ ਇਹਦੇ ਬਾਰੇ ਗੱਲਬਾਤ ਕੀਤੀ ਗਈ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਹੁਤ ਵਧੀਆ ਲੌਕ ਸਿਸਟਮ ਹੈ ਕਿ ਕੋਈ ਇਹਦੇ ਵਿੱਚ ਰਲਾ ਨਹੀਂ ਪਾ ਸਕਦਾ। ਗੁਰੂ ਸਾਹਿਬ ਜੀ ਨੇ ਇੰਨੀ ਤਿੱਖਣ ਬੁੱਧੀ ਦੇ ਨਾਲ ਇਹ ਸਾਰਾ ਕਾਰਜ ਕੀਤਾ। ਔਰ ਜਿਹੜੀ ਇੱਕ ਵਿੱਚ ਨੇ ਗੱਲ ਕੀਤੀ ਨਾ ਕਿ ਭਾਈ ਗੁਰਦਾਸ ਜੀ ਕਈ ਵਾਰ ਗੁਰੂ ਸਾਹਿਬ ਜੀ ਗਲਤ ਬੋਲਦੇ ਸਨ ਤੇ ਭਾਈ ਸਾਹਿਬ ਜੀ ਉਹਨਾਂ ਨੂੰ ਕਹਿ ਦਿੰਦੇ ਸਨ ਕਿ ਗੁਰੂ ਜੀ ਤੁਹਾਡੀ ਬਾਣੀ ਨਹੀਂ। ਗੁਰੂ ਸਾਹਿਬ ਜੀ ਉਹਨਾਂ ਨੂੰ ਚੈੱਕ ਕਰਿਆ ਕਰਦੇ ਸਨ। ਗੁਰੂ ਸਾਹਿਬ ਜੀ ਜਾਣ ਕੇ ਕਰਿਆ ਕਰਦੇ ਸਨ ਕਿ ਚੈੱਕ ਕਰੀਏ, ਹਨਾ। ਜਿੱਦਾਂ ਅਸੀਂ ਕਹਿੰਦੇ ਨਾ ਵੀ ਗੁਰੂ ਸਾਹਿਬ ਜੀ ਪੇਪਰ ਲੈਂਦੇ ਨੇ, ਟੈਸਟ ਲੈਂਦੇ ਨੇ, ਉਹ ਵੀ ਚੈੱਕ ਕਰਦੇ ਸਨ ਕਿ ਗੁਰੂ ਦਾ ਜਿਹੜਾ ਸਿੱਖ ਹੈ ਉਹਨੂੰ ਕਿੰਨਾ ਕੁ ਬਾਣੀ ਨਾਲ ਪ੍ਰੇਮ ਹੈ, ਉਹਨੂੰ ਕਿੰਨੀ ਕੁ ਸਮਝ ਹੈ ਬਾਣੀ ਦੀ, ਕਿੰਨੀ ਕੁ ਵਿਚਾਰ ਹੈ। ਸੋ ਇੱਕ ਗੱਲ ਜਿਹੜੀ ਇਤਿਹਾਸ ਦੇ ਵਿੱਚ ਭਾਈ ਸਾਹਿਬ ਜੀ ਨੇ ਵੀ ਸ਼ੇਅਰ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜਾ ਲਿਖਣ ਦਾ ਕੰਮ ਸੀ ਉਹ ਕਿੱਥੇ ਕੀਤਾ ਗਿਆ। ਉਹ ਕੀਤਾ ਗਿਆ ਸੀ ਗੁਰਦੁਆਰਾ ਰਾਮਸਰ ਸਾਹਿਬ ਦੇ ਕੰਢੇ ਤੇ। ਸੋ ਮੈਂ ਬੇਨਤੀ ਕਰਾਂਗੀ ਉਹਦੀ ਇੱਕ ਫੋਟੋ ਸ਼ੇਅਰ ਕਰ ਰਹੇ ਹਾਂ। ਹੋ ਸਕਦਾ ਆਪ ਜੀ ਸਾਰੇ ਉੱਥੇ ਗਏ ਹੋਵੋ, ਲੇਕਿਨ ਕੁਝ ਕੁ ਵਿਦਿਆਰਥੀ ਇਸ ਤਰ੍ਹਾਂ ਦੇ ਵੀ ਹੋ ਸਕਦੇ ਨੇ ਕਿ ਉਹ ਨਾ ਗਏ ਹੋਣ। ਮੈਂ ਵੀਰ ਜੀ ਨੂੰ ਬੇਨਤੀ ਕਰਾਂਗੀ ਪਲੀਜ਼ ਫੋਟੋ ਨੂੰ ਸ਼ੇਅਰ ਕਰਨਾ ਜੀ। ਇਹ ਗੁਰਦੁਆਰਾ ਸਾਹਿਬ ਪਤਾ ਜੀ ਕਿੱਥੇ ਹੈ? ਵੀਰ ਜੀ ਨੂੰ ਜ਼ੂਮ ਕਰ ਸਕਦੇ ਆ ਥੋੜਾ। ਇੱਕ ਤਾਂ ਇਹ ਹੈ ਜਿੱਥੇ ਅੱਜ ਕੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਛਪਾਈ ਕੀਤੀ ਜਾਂਦੀ ਹੈ। ਦੂਸਰੀ ਫੋਟੋ ਸ਼ੇਅਰ ਕਰਨਾ ਵੀਰ ਜੀ। ਸਰੋਵਰ ਦੇ ਕੰਢੇ ਜੋ ਗੁਰਦੁਆਰਾ ਬਣਿਆ ਹੋਇਆ ਹੈ ਉਹ ਹੈ ਗੁਰਦੁਆਰਾ ਰਾਮਸਰ ਸਾਹਿਬ, ਜਿੱਥੇ ਕਿ ਲਿਖਾਈ ਦਾ ਕਾਰਜ ਕੀਤਾ ਗਿਆ ਸੀ। ਇਹ ਗੁਰਦੁਆਰਾ ਸਾਹਿਬ ਕਿਸੇ ਨੂੰ ਪਤਾ ਜੀ ਕਿੱਥੇ ਹੈ ਜੀ? ਕਿਸੇ ਨੂੰ ਪਤਾ ਹੋਵੇ ਕਿ ਇਹ ਗੁਰਦੁਆਰਾ ਸਾਹਿਬ ਕਿੱਥੇ ਹੈ? ਇਹ ਗੁਰਦੁਆਰਾ ਸਾਹਿਬ ਹੈ ਜਿੱਥੇ ਅੰਮ੍ਰਿਤਸਰ ਸਾਹਿਬ ਅਤੇ ਸ਼ਹੀਦਾਂ ਗੁਰਦੁਆਰੇ ਜਾਂਦੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਹੈ, ਉਹਦੇ ਬਿਲਕੁਲ ਨਾਲ ਹੈਗਾ ਜੀ। ਅਗਲੀ ਵਾਰ ਜਾਓ ਤਾਂ ਜ਼ਰੂਰ ਦਰਸ਼ਨ ਕਰਕੇ ਆਣਾ। 3-4 ਗੁਰਦੁਆਰਾ ਸਾਹਿਬ ਬਿਲਕੁਲ ਨੇੜੇ ਨੇੜੇ ਨੇ। ਗੁਰਦੁਆਰਾ ਵਿਵੇਕਸਰ ਸਾਹਿਬ, ਗੁਰਦੁਆਰਾ ਸ਼ਹੀਦਾਂ ਹੋ ਗਿਆ ਬਾਬਾ ਦੀਪ ਸਿੰਘ ਜੀ ਵਾਲਾ, ਤੇ ਬਿਲਕੁਲ ਇਹਦੇ ਨਾਲ ਹੀ ਗੁਰਦੁਆਰਾ ਰਾਮਸਰ ਸਾਹਿਬ ਹੈ। ਸੋ ਧੰਨਵਾਦ ਵੀਰ ਜੀ ਦਾ ਬਹੁਤ ਬਹੁਤ। ਸੋ 1-2 ਹੈਂਡ ਅਸੀਂ ਜਿਹੜੇ ਹੈਗੇ ਨੇ ਉਹ ਲੈ ਸਕਾਂਗੇ ਜਿਨ੍ਹਾਂ ਬੱਚਿਆਂ ਨੇ ਹੈਂਡ ਰੇਜ਼ ਹੈਗੇ ਨੇ। ਸੋ ਅੱਜ ਸਭ ਤੋਂ ਪਹਿਲਾਂ ਅਸੀਂ ਲਵਾਂਗੇ ਜੀ। ਮੈਂ ਸਾਰੇ ਬੱਚਿਆਂ ਨੂੰ ਬੇਨਤੀ ਕਰਾਂਗੀ ਬੜੇ ਸੀਮਤ ਸਮੇਂ ਵਿੱਚ ਰਹਿ ਕੇ ਅਗਰ ਤੁਹਾਡਾ ਕੋਈ ਸਵਾਲ ਹੈ ਤਾਂ ਕਰਨਾ, ਕਿਉਂਕਿ ਸਮਾਂ ਆਲਰੇਡੀ ਹੋ ਚੁੱਕਿਆ ਜੀ। ਸਭ ਤੋਂ ਪਹਿਲਾਂ ਅਮਰਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਮ ਅੱਜ ਮੈਂ ਸਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੰਨੀ ਵਧੀਆ ਜਾਣਕਾਰੀ ਦਿੱਤੀ, ਤੇ ਮੈਂ ਮੇਰੇ ਸਾਥੀਆਂ ਨੂੰ ਵੀ ਕਹਿਣਾ ਚਾਹਾਂਗਾ ਤੇ ਵੀ
ਸਾਡੇ ਗੁਰੂ ਸਾਹਿਬ ਜੀ ਨੇ ਇੰਨੀ ਮਿਹਨਤ ਨਾਲ ਆਪਣੀ ਜ਼ਿੰਦਗੀ ਇੰਨੀ ਵਧੀਆ ਜਿਉਂ ਕੇ ਆਪਣੇ ਜੀਵਨ ਵਿੱਚ ਐਕਸਪੀਰੀਅੰਸ ਲੈ ਕੇ ਸਾਨੂੰ ਇੰਨਾ ਕੁਝ ਸਿਖਾਇਆ, ਸਾਡੇ ਲਈ ਗੁਰਬਾਣੀ ਲਿਖੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ, ਤੇ ਸਾਨੂੰ ਉਹਦੇ ਵਿੱਚੋਂ ਜ਼ਰੂਰ ਕੁਝ ਨਾ ਕੁਝ ਸਿੱਖਣਾ ਚਾਹੀਦਾ। ਸਹਿਜ ਪਾਠ ਸਾਡੇ ਸਾਰਿਆਂ ਦਾ ਚੱਲਦਾ ਹੋਏਗਾ ਤੇ ਸਹਿਜ ਪਾਠ ਕਰਨਾ ਵੀ ਚਾਹੀਦਾ, ਪਰ ਅਸੀਂ ਕੋਸ਼ਿਸ਼ ਕਰੀਏ ਵੀ ਸਹਿਜ ਪਾਠ ਦੇ ਨਾਲ ਨਾਲ ਜਿਹੜੇ ਉਸਦੇ ਅਰਥ ਨੇ ਉਹਨਾਂ ਨੂੰ ਪੜ੍ਹ ਕੇ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰੀਏ। ਮੈਂ ਆਪਣੇ ਸਾਰੇ ਸਾਥੀਆਂ ਨੂੰ ਵੀ ਕਹਿਣਾ ਚਾਹਾਂਗਾ ਤੇ ਅੱਜ ਤੋਂ ਮੈਂ ਵੀ ਇਹ ਪ੍ਰਣ ਕਰਦਾ ਵੀ ਮੈਂ ਵੀ ਜੋ ਇਹ ਗੱਲ ਕਹੀ ਹੈ ਇਸ ਤੇ ਖਰਾ ਉਤਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਫਤਿਹ ਜੀ, ਬਹੁਤ ਧੰਨਵਾਦ ਜੀ। ਮੈਂ ਸਾਰੇ ਸਟੂਡੈਂਟਸ ਨੂੰ ਇੱਕ ਬੇਨਤੀ ਕਰਨਾ ਚਾਹਾਂਗੀ, ਤੁਸੀਂ ਬਹੁਤ ਸਾਰੇ ਬੱਚੇ ਤੁਹਾਡੇ ਚੋਂ ਸਹਿਜ ਪਾਠ ਕਰਦੇ ਨੇ, ਸਹਿਜ ਪਾਠ ਕਰਨ ਲੱਗੇ ਨਾ ਇੱਕ ਤਾਂ ਤੁਸੀਂ ਕਾਪੀ ਲਗਾਉਂਦੇ ਹੋ ਜਿਹਦੇ ਵਿੱਚ ਰੋਜ਼ ਨੋਟ ਕਰਦੇ ਹੋ ਕਿ ਅੱਜ ਮੈਂ ਇੰਨਾ ਪਾਠ ਕੀਤਾ, ਅੱਜ ਮੈਂ ਇੰਨਾ ਪਾਠ ਕੀਤਾ, ਉਹਦੇ ਨਾਲ ਇੱਕ ਹੋਰ ਕਾਪੀ ਲਗਾਓ ਜਿਹਦਾ ਨਾਮ ਹੈ ਮਨ ਭਾਉਂਦੇ ਫੁਰਮਾਨਾਂ ਦੀ ਕਾਪੀ। ਹੋ ਸਕਦਾ ਕਈ ਸਟੂਡੈਂਟਸ ਨੇ ਲਗਾਈ ਵੀ ਹੋਵੇ। ਉਹਦੇ ਵਿੱਚ ਕੀ ਕੀਤਾ ਜਾਵੇ ਕਿ ਜਦੋਂ ਤੁਸੀਂ ਪਾਠ ਕਰ ਰਹੇ ਹੋ ਕੋਈ ਫੁਰਮਾਨ ਏਦਾਂ ਦਾ ਤੁਹਾਨੂੰ ਲੱਗਦਾ ਕਿ ਬਹੁਤ ਵਧੀਆ ਹੈ ਤੇ ਮੈਨੂੰ ਬੜਾ ਚੰਗਾ ਲੱਗਿਆ, ਉਹਨੂੰ ਨੋਟ ਕਰ ਲਓ ਤੇ ਉਸ ਤੋਂ ਬਾਅਦ ਨਾ ਫਿਰ ਉਹਨੂੰ ਗਾਓ ਜਾਂ ਉਹਨੂੰ ਤੁਸੀਂ ਬਾਰ-ਬਾਰ ਪੜ੍ਹੋਗੇ ਤਾਂ ਤੁਹਾਨੂੰ ਕੰਠ ਵੀ ਹੋ ਜਾਏਗਾ, ਯਾਦ ਵੀ ਹੋ ਜਾਏਗਾ। ਸੋ ਇਸ ਤਰ੍ਹਾਂ ਅਸੀਂ ਬਹੁਤ ਸਾਰੀ ਬਾਣੀ ਨੂੰ ਕੰਠ ਕਰ ਸਕਦੇ ਹਾਂ, ਬਹੁਤ ਸਾਰੇ ਪ੍ਰਮਾਣਾਂ ਨੂੰ ਕੰਠ ਕਰ ਸਕਦੇ ਹਾਂ। ਹਾਂਜੀ, ਬਹੁਤ ਧੰਨਵਾਦ ਜੀ। ਸੋ ਨੈਕਸਟ EPP ਨੰਬਰ 9480 ਰੋਪੜ ਤੋਂ ਜੀ। Am I audible, ma'am? ਹਾਂਜੀ ਹਾਂਜੀ ਮੈਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਇੰਨੇ ਵਧੀਆ ਗੁਰਬਾਣੀ ਦੇ ਬਾਰੇ ਜਾਣਕਾਰੀ ਦਿੱਤੀ। ਤੇ ਮੈਮ ਮੇਰਾ ਕੁਐਸਚਨ ਸਰ ਤੋਂ ਇਹ ਹੈ ਕਿ ਜੋ ਉਹਨਾਂ ਨੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ 5 ਸਿੱਖਾਂ ਦੀ ਮਤਲਬ ਬਾਣੀ ਇਕੱਤਰ ਦੀ ਡਿਊਟੀ ਕੀ ਵੀ ਉਹਨਾਂ ਦੇ ਨਾਮ ਕੀ? ਵੀਰ ਗੁਰਪ੍ਰੀਤ ਸਿੰਘ ਜੀ, अगर आपकी हाजिर हो तो प्लीज इसका जवाब देना जी। हाँ जी भैन जी। भाई सैदो, केहो, भाई सिंहा, भाई मनसुख, भगीरथ जी, इन्हां गुरु प्यारिਆਂ ने गुरु नानक पातशाह जी ਦੀ ਜੋ ਬਾਣੀ ਬਾਹਰੋਂ ਇਉਂ ਮੰਨ ਲਓ ਵੀ ਆਪਾਂ ਸੌਖਾ ਸਮਝ ਲਓ ਇਹਨੂੰ ਵੀ ਜੋ ਆਪਣੀ ਗਿਆਨ ਗੋਲਕ ਲੱਗੇ ਇੱਕ ਰਫ ਕਾਪੀ ਹੈ, ਇੱਕ ਆਪਣੀ ਪਰਮਾਨੈਂਟ ਕਾਪੀ ਹੈਗੀ। ਜਿਹੜੀ ਪਰਮਾਨੈਂਟ ਕਾਪੀ ਆ ਮਤਲਬ ਕਿਉਂ ਕਹ ਲਓ ਜੋ ਪੂਰੀ ਗੁਰੂ ਸ਼ਬਦ ਦੀ ਜਿਹੜੀ ਸੰਭਾਲ ਆ ਗਈ ਉਹ ਇੱਕ ਥਾਂ ਤੇ ਕੀਤੀ ਜਾਂਦੀ ਸੀ। ਇਹ 5 ਸਿੱਖਾਂ ਦੀ ਮਤਲਬ ਗੁਰੂ ਪਾਤਸ਼ਾਹ ਨੇ ਕੋਲੋਂ ਸੇਵਾ ਲਾਈ ਸੀ ਜਾਂ ਉਹਨਾਂ ਅੰਦਰ ਪਿਆਰ ਸੀਗਾ। ਤੇ ਜਿਹੜਾ ਭਾਈ ਸਿੰਘਾਂ ਗਾ ਇਹਨਾਂ ਤੋਂ ਆਪਾਂ ਨੂੰ ਪਤਾ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਭਾਈ ਲਹਿਣੇ ਦੇ ਰੂਪ ਵਿੱਚ ਸੇਧ ਲੈ ਕੇ ਗੁਰੂ ਨਾਨਕ ਸਾਹਿਬ ਦਰ ਤੇ ਗਏ ਸਨ। ਮੈਂ ਦੁਬਾਰਾ ਫਿਰ ਬੋਲਦਾ, ਭਾਈ ਸੈਦੋ, ਕੇਹੋ, ਭਾਈ ਸਿੰਘਾਂ ਜੀ ਤੇ ਭਾਈ ਮਨਸੁਖ ਤੇ ਭਾਈ ਭਗੀਰਥ ਜੀ। ਡਾਕਟਰ ਰਤਨ ਸਿੰਘ ਜੱਗੀ ਦਾ ਲਿਖਿਆ ਵਾ ਸਿੱਖ ਵਿਸ਼ਵ ਪੰਥ ਵਿਸ਼ਵਕੋਸ਼। ਬਹੁਤ ਧੰਨਵਾਦ ਵੀਰ ਜੀ। ਮੈਂ ਲਾਸਟ ਸਟੂਡੈਂਟ ਲੈਣ ਲੱਗੇ ਆ ਜੀ, ਸੌਰੀ ਨਾਮ ਲਿਖਿਆ ਹੋਇਆ ਜੀ ਦਿਲਵੀਰ ਕੌਰ ਦਲਜੋਤ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਕੁਝ ਵਿਚਾਰ ਆਪ ਜੀ ਨਾਲ ਸਾਂਝੇ ਕਰਨ ਲੱਗੀ ਹਾਂ ਕਿ ਸਾਡਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਵਿਲੱਖਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਹਨ। ਜੇ ਆਪਾਂ ਧਰਮ ਗ੍ਰੰਥ ਦੇ ਸੰਦਰਭ ਵਿੱਚ ਵੇਖੀਏ ਤਾਂ ਆਪਣਾ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੈ ਇਹ ਇੱਕ ਵਿਲੱਖਣ ਕਾਰਜ ਹੈ। ਜਮਾ ਧਰਮਾਂ ਦੇ ਇਤਿਹਾਸ ਵਿੱਚ ਇਹ ਇੱਕੋ ਇੱਕ ਅਜਿਹਾ ਧਰਮ ਗ੍ਰੰਥ ਹੈ ਜਿਸ ਨੂੰ ਗੁਰੂ ਜੀ ਦਾ ਦਰਜਾ ਪ੍ਰਵਾਨ ਹੈ। ਇਹ ਗ੍ਰੰਥ ਨਿਰੋਲ ਬਾਣੀ, ਧੁਰਕੀ ਬਾਣੀ ਤੇ ਆਧਾਰਿਤ ਹੈ। ਇਸ ਵਿੱਚ ਇਸ ਧਰਮ ਦੇ ਬਾਨੀਆਂ ਦੀਆਂ ਕਥਾ ਬਾਣੀਆਂ ਨੂੰ ਪੇਸ਼ ਨਹੀਂ ਕੀਤਾ ਗਿਆ। ਇਹ ਇੱਕ ਅਜਿਹਾ ਧਰਮ ਗ੍ਰੰਥ ਹੈ ਜਿਸ ਦੀ ਸੰਪਾਦਨਾ ਇਸ ਧਰਮ ਦੇ ਬਾਨੀਆਂ ਨੇ ਖੁਦ ਕੀਤੀ। ਇਹ ਗੁਰੂ ਗ੍ਰੰਥ ਸਾਹਿਬ ਜੀ ਕਿੰਤੂ ਪ੍ਰੰਤੂ ਤੋਂ ਮੁਕਤ ਹਨ। ਉਪਦੇਸ਼ ਚੌਹਾਂ ਵਰਨਾਂ ਕੋ ਸਾਂਝਾ ਦੇਣ ਵਾਲਾ ਨਿਰਮਲ ਅਤੇ ਅੰਮ੍ਰਿਤ ਬਾਣੀ ਦਾ ਪਰੋਸਿਆ ਥਲ ਹੈ। ਹੋਰ ਧਰਮਾਂ ਦੇ ਵਿੱਚ ਜਿੱਥੇ ਔਰਤਾਂ ਨੂੰ ਮਾੜਾ ਚੰਗਾ ਕਿਹਾ ਜਾਂਦਾ ਹੈ, ਪਰ ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਹੈ। ਜਿੱਥੇ ਹੋਰ ਧਰਮਾਂ ਵਿੱਚ 4 ਤੱਤਾਂ ਦੀ ਗੱਲ ਕੀਤੀ ਜਾਂਦੀ ਹੈ, ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 5 ਤੱਤਾਂ ਦੀ ਗੱਲ ਕੀਤੀ ਜਾਂਦੀ ਹੈ। ਅੱਜ ਸਾਇੰਸ ਵੀ ਗੁਰੂ ਜੀ ਦੀ ਬਾਣੀ ਨੂੰ ਪੜ੍ਹ ਕੇ ਆਪਣੀਆਂ ਖੋਜਾਂ ਕਰਦੀ ਹੈ। ਜੋ ਖੋਜਾਂ ਸਾਇੰਸ ਨੇ ਅੱਜ ਕੀਤੀਆਂ ਹਨ, ਗੁਰਬਾਣੀ ਵਿੱਚ 550 ਸਾਲ ਪਹਿਲਾਂ ਇਹ ਗੱਲਾਂ ਲਿਖ ਦਿੱਤੀਆਂ ਸਨ। ਇਸ ਵਿੱਚ ਇੱਕੋ ਹੀ ਅਕਾਲ ਪੁਰਖ ਦੀ ਗੱਲ ਆਉਂਦੀ ਹੈ ਜੋ ਮੁੱਢ ਤੋਂ, ਜੁੱਗਾਂ ਦੇ ਮੁੱਢ ਤੋਂ ਹੁਣ ਵੀ ਅਤੇ ਅੱਗੇ ਤੋਂ ਵੀ ਹੋਂਦ ਵਾਲਾ ਰਹੇਗਾ। ਉਹ ਹਮੇਸ਼ਾ ਹੀ ਵਰਤਮਾਨ ਰਹੇਗਾ। ਅਸੀਂ ਸ਼ਬਦ ਗੁਰੂ ਦੇ ਪੁਜਾਰੀ ਹਾਂ। ਸਾਨੂੰ ਇਹ ਡਰ ਨਹੀਂ ਕਿ ਜੇ ਸਾਡਾ ਇੱਕ ਸਰੀਰਕ ਗੁਰੂ ਚੜਾਈ ਕਰ ਗਿਆ ਤਾਂ ਦੂਜਾ ਤੇ ਫਿਰ ਤੀਜੇ ਨੂੰ ਗੁਰੂ ਧਰਨ ਦੀ ਲੋੜ ਪਵੇਗੀ। 5 ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਅਸੀਂ ਨਾਮ ਦੀ ਦਾਤ ਪ੍ਰਾਪਤ ਕਰ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਸੋ ਸਾਰੇ ਹੀ ਪਾਰਟਿਸਪੈਂਟਸ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਸੋ ਅੱਜ ਦੇ ਕੈਂਪ ਦੀ ਅਸੀਂ ਇੱਥੇ ਸਮਾਪਤੀ ਕਰਦੇ ਹਾਂ ਤੇ ਕੱਲ ਨੂੰ ਅਸੀਂ ਫਿਰ ਦੁਬਾਰਾ ਮਿਲਾਂਗੇ ਜੀ ਸਾਰੇ 4 ਵਜੇ। ਸਾਰਿਆਂ ਨੇ ਆਪ ਵੀ ਜੁੜਨਾ ਤੇ ਹੋਰਨਾਂ ਨੂੰ ਵੀ ਜੋੜਨਾ ਜੀ।
ਸੋ ਇੱਥੇ ਕੈਂਪ ਦੀ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।